वेलकम टू KBC कौन बनेगा कौंसलर प्रोग्राम म्यूनसिपल कॉरपोरेशन इलैक्शनस 2021 ਹੁਸ਼ਿਆਰਪੁਰ। ਅੱਜ ਅਸੀਂ ਸੈਫਰਨ ਸਿਟੀ ਦੇ ਵਿੱਚ हैं और साढ़े सामने है भाई साहब ਤੁਹਾਡਾ ਕੀ शुभ नाम और वेलकम टू KBC कौन बनेगा कौंसलर प्रोग्राम। बलदेव चंद जी। बलदेव चंद जी। भाई साहब ਤੁਹਾਡਾ शुभ नाम जी। तरसेम सिंह जी। मेरा नाम फकीर चंद जी। ਸਾਡੇ ਵਿੱਚ ਤਿੰਨ ਬਹੁਤ ਵਧੀਆ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਅਸੀਂ ਸਿੰਪਲ ਔਰ ਸਿੱਧੇ ਸਵਾਲ ਪੁੱਛਣੇ ਚਾਹਾਂਗੇ। ਇਹ KBC ਦੇ ਲਈ ਗਰਾਊਂਡ ਜ਼ੀਰੋ ਤੋਂ ਮੈਂ ਬੋਲ ਰਿਹਾ। ਭਾਈ ਸਾਹਿਬ ਹੁਸ਼ਿਆਰਪੁਰ ਦੇ ਵਿੱਚ ਚੁਣਾਵੀ ਬੁਖਾਰ ਚੜ੍ਹਨ ਵਾਲਾ ਹੈ, ਕਿਹੋ ਜਿਹਾ ਕੌਂਸਲਰ ਤੁਸੀਂ ਐਕਸਪੈਕਟ ਕਰਦੇ ਹੋ ਆਪਣੇ ਵਾਰਡ ਤੋਂ? ਅਸੀਂ ਤਾਂ ਆਪਣੇ ਵਾਰਡ ਤੋਂ 12 ਨੰਬਰ ਵਾਰਡ ਸਾਡਾ ਜੀ। ਠੀਕ ਹੈ ਜੀ। ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਬਹੁਤ ਵਧੀਆ ਕੌਂਸਲਰ ਮਿਲੇ। ਠੀਕ ਹੈ। ਸਾਡੇ ਡਿਵੈਲਪਮੈਂਟ ਜਿੰਨੇ ਵੀ ਰੁਕੇ ਕੰਮ ਡਿਵੈਲਪਮੈਂਟ ਦੇ ਉਹ ਸਾਰੇ ਹੋ ਜਾਣ। ਠੀਕ ਹੈ। ਵੱਧ ਤੋਂ ਵੱਧ ਸਾਡੇ ਵਧੀਆ ਜਿਹੜੇ ਸਾਡੇ ਅਰੋੜਾ ਸਾਹਿਬ ਜੀ ਸਾਡੇ ਮੰਤਰੀ ਸਾਹਿਬ ਆ, ਉਹਨਾਂ ਦੇ ਬੰਦੇ ਜਿਹੜੇ ਹੋਣਗੇ ਸਭ ਤੋਂ ਵਧੀਆ ਕੰਮ ਕਰਾਉਣਗੇ। ਉਹ ਅੱਗੇ ਆਉਣਗੇ, ਸਾਡੇ ਜਿੰਨੇ ਵੀ ਵਾਰਡ ਹੈ ਹੁਸ਼ਿਆਰਪੁਰ ਦੇ ਸਭ ਤੋਂ ਵਧੀਆ ਕੰਮ ਉਹਨਾਂ ਦੇ ਹੋਵੇ ਬਸ। ਭਾਈ ਸਾਹਿਬ ਜਨਰਲੀ ਕੌਂਸਲਰ ਇਲੈਕਸ਼ਨ ਜਿੱਤਣ ਤੋਂ ਬਾਅਦ ਆਪਣੇ ਰਾਜਨੀਤਿਕ ਭਵਿੱਖ ਲਈ ਚਿੰਤਿਤ ਜ਼ਿਆਦਾ ਹੁੰਦੇ ਨੇ, ਤੇ ਇਹੋ ਜਿਹੇ ਕੌਂਸਲਰਸ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਦ ਕਿ ਲੋਕਤੰਤਰ ਦੀ ਪਹਿਲੀ ਪੌੜੀ ਮਿਊਨਸਿਪਲ ਕਾਰਪੋਰੇਸ਼ਨ ਇਲੈਕਸ਼ਨਸ ਹੈ? ਦੇਖੋ ਜੀ, ਜਿਹੜੇ ਸਾਡੇ ਕੌਂਸਲਰ ਆ ਜਿਹੜੇ ਉਹਨਾਂ ਤੋਂ ਅਸੀਂ ਇਹੀ ਕਹਾਂਗੇ, ਤੁਸੀਂ ਮਤਲਬ ਜਿਹੜੇ ਸਿਆਸੀ ਕੰਨ ਤੋਂ ਉੱਠ ਕੇ ਉੱਪਰ ਆਵੋ, ਉੱਪਰ ਆ ਕੇ ਲੋਕਾਂ ਨਾਲ ਵਿਚਰੋ, ਲੋਕਾਂ ਦੇ ਨਾਲ ਕੰਮ ਕਰੋ, ਲੋਕਾਂ ਦੇ ਵਿੱਚ ਵੜ ਕੇ ਲੋਕਾਂ ਦੇ ਭੈਣ ਭਰਾ ਬਣ ਕੇ ਤੇ ਤੁਸੀਂ ਡਿਵੈਲਪਮੈਂਟ ਦਾ ਕੰਮ ਕਰੋ। ਬਹੁਤ ਵਧੀਆ ਸੁਨੇਹਾ ਦਿੱਤਾ ਕਿ ਕੌਂਸਲਰ ਨੂੰ ਆਪਣੇ ਪੋਲੀਟੀਕਲ ਭਵਿੱਖ ਤੋਂ ਉੱਪਰ ਉੱਠ ਕੇ ਲੋਕਾਂ ਦੇ ਵਿੱਚ ਆ ਕੇ ਕੰਮ ਕਰਨਾ ਚਾਹੀਦਾ ਹੈ। भाई साहब मेरा अगला सवाल ये है कि क्या कौंसलर लिए कोई एजुकेशन का प्रोग्राम निर्धारित किया जाए कि वो मिनिमम इन्ना क्वालीफाइड होवे? हाँ बिल्कुल, कौंसलर एक पढ़िया लिखा व्यक्ति होना चाहिए ताकि सारिया समस्यावां नूं चंगी तरह जान सके। बस यही साडा मेरा संदेश है भी बहुत ज़्यादा पढ़िया लिखा होना चाहिए, क्वालीफाइड होना चाहिए साडा कौंसलर। मेरा अगला सवाल ये है कि कौंसलर जनरली डिवेलपमेंट तो पहला पल्ला झाड़ लेंदे है, ये कह के कि कारपोरेशन को फंड नहीं है, तो यहो जे कौंसलर्स नूं तुसीं की सुनेहा देना चाहोगे? देखो जी, गल है जिहड़ियां सरकारां है उन्हां दे सिर ते सारे कौंसलर आ बेचारे। जे फंड मिलणगे तां डिवेलपमेंट सारी हो जाऊगी, नहीं मिलणगे तां कुछ नहीं होऊगा। उन्हां नूं एक्चुअल कौंसलर नूं फंड पंजाब सरकार नूं देना चाहिए, किसी भी पोलीटिकल दा होवे कैंਡੀਡੇਟ फंड उन्हें मिलने चाहिए, साडे वार्डां दे काम होने चाहिए वधिया तरीके नाल। बस मेरा तुहाडे कोल अंतिम सवाल ये है कि क्या कौंसलर दे विच कोई स्पोर्ट्स कौंसलर भी होवे ताकि जिहड़ी शहर दे विच यूथ नूं स्पोर्ट्स वल बढ़ावा दिता जाए ते नशेबंदी ते लगाम लाई जाए? हाँ बिल्कुल बिल्कुल, बहुत वधिया इस तुसीं सवाल कीता जी। साडा जिहड़े कौंसलर आ बहुत वधिया होना चाहिए। खेड दे मैदान च खेड दे इस मत एरिए दे विच उन्हां सब तो बच्चों नूं इस खेड दे नाल जोड़िया जाए ताकि नशियां तो बच्चे बच सकन। ज़्यादातर ये साडे कौंसलर नूं होना चाहिए भी वो खेड जगत नाल जोड़न ते जिहड़ी पीढ़ी साडी नौजवान है उन्हां नूं भी नाल जोड़िया जाए ताकि नशियां तो मुक्त हो जाए। तुहाडा बहुत बहुत धन्नवाद KBC दे दर्शकां दे लई। ਇਹ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਤੇ ਸਾਡੇ ਜਿਹੜੇ ਹੋਣ ਵਾਲੇ ਕਾਉਂਸਲਰਸ ਹੈ ਉਹਨਾਂ ਦਾ ਵੀ ਤੁਸੀਂ ਮਾਰਗਦਰਸ਼ਨ ਕੀਤਾ। KBC ਦੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਭਾਈ ਸਾਹਿਬ ਵੈਲਕਮ ਟੂ KBC ਕੌਣ ਬਣੇਗਾ ਕਾਉਂਸਲਰ ਪ੍ਰੋਗਰਾਮ। ਮੈਂ ਤੁਹਾਡੇ ਕੋਲ ਇੱਕ ਬਹੁਤ ਬੇਸਿਕ ਜਿਹਾ ਸਵਾਲ ਪੁੱਛਣਾ ਚਾਹਾਂਗਾ ਕਿ ਕਿਆ ਕਾਉਂਸਲਰ ਨੂੰ ਸਾਰੀਆਂ ਦਿੱਕਤਾਂ ਸੋਲਵ ਕਰਨ ਦੇ ਨਾਲ ਨਾਲ ਆਪਣੇ ਜਿਹੜੇ ਵਾਰਡ ਦੇ ਬਜ਼ੁਰਗ ਲੋਕ ਹੈਗੇ ਨੇ ਉਹਨਾਂ ਲਈ ਕਿਸੇ ਕਿਸਮ ਦੀ ਖਾਸ ਲਾਇਬ੍ਰੇਰੀ ਦਾ ਪ੍ਰਬੰਧ ਕਰਨ? ਹੋਣਾ ਚਾਹੀਦਾ ਲਾਇਬ੍ਰੇਰੀ ਹੋਣੀ ਚਾਹੀਦਾ ਤਾਂ ਕਿ ਜਿੱਥੇ ਬਜ਼ੁਰਗ ਲੋਕ ਬੈਠ ਕੇ ਸਵੇਰੇ ਸ਼ਾਮ ਆਪਣਾ ਚੰਗਾ ਸਮਾਂ ਬਤੀਤ ਕਰ ਸਕਣ। ਹਾਂਜੀ ਕਰ ਸਕਣ। ਵੈਲਕਮ, ਥੈਂਕ ਯੂ ਵੈਰੀ ਮਚ ਟੂ KBC ਜੀ। ਹਾਂਜੀ ਵੈਲਕਮ ਜੀ, ਵੈਲਕਮ ਟੂ KBC। ਕਿਹੋ ਜਿਹਾ ਕੌਂਸਲਰ ਤੁਸੀਂ ਦੇਖਣਾ ਚਾਹੋਗੇ ਆਪਣੇ ਵਾਰਡ ਦੇ ਵਿੱਚ? ਵਧੀਆ ਹੀ ਹੋਣਾ ਚਾਹੀਦਾ ਜੀ। ਕੌਂਸਲਰ ਵਧੀਆ ਹੋਊਗਾ ਤਾਂ ਮਹੱਲੇ ਦੇ ਕੰਮ ਹੋਣਗੇ, ਸਿੱਧੀ ਤੇ ਗੱਲ ਆ। ਸ਼ਹਿਰ ਦੀ ਡਿਵੈਲਪਮੈਂਟ ਹੋਊਗੀ। ਜੇ ਕੌਂਸਲਰ ਖਰਾ ਨਾ ਹੋਊਗਾ ਤਾਂ ਕੋਈ ਕੰਮ ਨਹੀਂ ਹੋਣਾ। ਕੌਂਸਲਰ ਭਾਈ ਸਾਹਿਬ ਬਹੁਤ ਵਧੀਆ ਦੱਸ ਰਹੇ ਨੇ ਕਿ ਕੌਂਸਲਰ ਨੂੰ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਪੂਰੇ ਮਹੱਲੇ ਨੂੰ ਅਡਾਪਟ ਕਰਨਾ ਚਾਹੀਦਾ ਹੈ ਔਰ ਵਿਕਾਸ ਦੇ ਕੰਮ ਕਰਨੇ ਚਾਹੀਦੇ ਹੈ। ਭਾਈ ਸਾਹਿਬ ਤੁਸੀਂ ਜਿਵੇਂ ਜਾਣਦੇ ਹੋ ਕਿ ਕੌਂਸਲ ਇਲੈਕਸ਼ਨ ਲੋਕਤੰਤਰ ਦੀ ਪਹਿਲੀ ਪੌੜੀ ਹੈ। ਇੱਥੋਂ MLA MP ਵੀ ਬਣ ਸਕਦੇ ਨੇ ਤੇ ਮਿਨਿਸਟਰ ਵੀ ਬਣ ਸਕਦੇ ਨੇ,
ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਾਉਂਸਲਰਸ ਨੂੰ? ਕਾਉਂਸਲਰ ਆਪਣੇ ਕੰਮ ਠੀਕ ਠਾਕ ਕਰੇ ਤਾਂ ਕਿ ਪਬਲਿਕ ਨੂੰ ਕੋਈ ਤਕਲੀਫ ਨਾ ਹੋਵੇ। ਜੇ ਪਬਲਿਕ ਨੂੰ ਤਕਲੀਫ ਨਾ ਹੋਊਗੀ ਫਿਰ ਆਪੇ ਸਾਰੇ ਕੰਮ ਸਹੀ ਹੋਈ ਜਾਣੇ ਆ। ਭਾਈ ਸਾਹਿਬ ਨੇ ਬਹੁਤ ਵਧੀਆ ਦੱਸਿਆ ਕਿ ਕਾਉਂਸਲਰ ਨੂੰ ਵੋਟ ਲੈਣ ਦੀ ਜ਼ਰੂਰਤ ਨਹੀਂ ਹੈ, ਕੰਮ ਕਰਨ ਦੀ ਜ਼ਰੂਰਤ ਹੈ। ਕੰਮ ਕਰੇਗਾ ਤੇ ਖੁਦ ਬ ਖੁਦ ਵੋਟ ਚੱਲ ਕੇ ਆਏਗਾ। ਭਾਈ ਸਾਹਿਬ ਮੇਰਾ ਅਗਲਾ ਸਵਾਲ ਇਹ ਸੀਗਾ ਕਿ ਕਿਆ ਕਾਉਂਸਲਰ ਇਲੈਕਸ਼ਨਾਂ ਦੇ ਵਿੱਚ ਕੋਈ ਰਾਸ਼ਟਰ ਮੁੱਦੇ ਨੇ ਜਾਂ ਲੋਕਲ ਮੁੱਦੇ ਨੇ ਜਿਹੜੇ ਛਾਏ ਰਹਿੰਦੇ ਨੇ? ਇਹ ਸਾਰੇ ਲੋਕਲ ਮੁੱਦੇ ਹੀ ਹੁੰਦੇ ਆ। ਕਾਉਂਸਲਰ ਵਾਲੀ ਜਿਹੜੀ ਸੀਟ ਹੈ ਸਭ ਲੋਕਲ ਮੁੱਦੇ ਹੀ ਆ। ਅਗਰ ਲੋਕਲ ਮੁੱਦੇ ਹੀ ਸਹੀ ਹੋ ਜਾਣ ਫਿਰ ਸਭ ਕੁਝ ਠੀਕ ਆ। ਵੈਸੇ ਜਨਰਲੀ ਆਪਾਂ ਸ਼ਹਿਰ ਦੇ ਵਿੱਚ ਕਿਹੋ ਜਿਹੀਆਂ ਪ੍ਰੋਬਲਮਾਂ ਦੇਖਦੇ ਹਾਂ ਵਾਰਡ ਦੇ ਵਿੱਚ? ਪ੍ਰੋਬਲਮ ਤਾਂ ਪ੍ਰੋਬਲਮ ਹੀ ਆ, ਹਰ ਇੱਕ ਵਾਰਡ ਦੇ ਵਿੱਚ ਪ੍ਰੋਬਲਮ ਹੈਗੀ ਕੋਈ ਨਾ ਕੋਈ। ਤੇ ਇਹ ਤਾਂ ਜਨਤਾ ਨੂੰ ਜਿੱਦਾਂ ਕਹ ਲਓ ਵੀ ਜਿੰਨੀਆਂ ਪ੍ਰੋਬਲਮਾਂ ਹੈਗੀਆਂ ਉਹ ਹੱਲ ਨਹੀਂ ਹੋ ਸਕਦੀਆਂ। ਇਹ ਤਾਂ ਇੱਕ ਸੱਚਾਈ ਆ, ਉਹ ਪੂਰੀਆਂ ਹੱਲ ਨਹੀਂ ਹੋ ਸਕਦੀਆਂ। ਇਹ ਤਾਂ ਵਾਕਈ ਕਾਉਂਸਲਰ ਦੇ ਉੱਤੇ ਹੀ ਆ। ਜੇ ਕਾਉਂਸਲਰ ਖਰਾ ਤੇ ਹੱਲ ਵੀ ਹੋ ਸਕਦੀਆਂ ਉਹ। ਜਨਰਲੀ ਅਸੀਂ ਇਹ ਦੇਖਿਆ ਹੈ ਕਿ ਕੁਝ ਵਾਰਡਾਂ 'ਚ ਫਾਈਨੈਂਸ਼ਲੀ ਚੰਗੇ ਬੰਦੇ ਰਹਿੰਦੇ ਨੇ ਜਿਹੜੇ ਕਿ ਆਪਣੀ ਕੰਟਰੀਬਿਊਸ਼ਨ ਕਰਕੇ ਗੇਟ, ਚੌਕੀਦਾਰ, ਲਾਈਟ ਦਾ ਇੰਤਜ਼ਾਮ ਕਰ ਲੈਂਦੇ ਨੇ, ਤੇ ਕੁਝ ਵਾਰਡਾਂ ਦੀ ਫਾਈਨੈਂਸ਼ੀਅਲ ਹਾਲਾਤ ਬਹੁਤੇ ਵਧੀਆ ਨਹੀਂ ਹੈ। ਕਿ ਕਿਆ ਕਾਰਪੋਰੇਸ਼ਨ ਨੂੰ ਇਹੋ ਜਿਹੇ ਵਾਰਡਾਂ ਦੇ ਲਈ ਕੋਈ ਸਪੈਸ਼ਲ ਗ੍ਰਾਂਟ ਦੇਣੀ ਚਾਹੀਦੀ ਹੈ? ਹਾਂ ਬਿਲਕੁਲ ਬਿਲਕੁਲ ਜ਼ਰੂਰ ਚਾਹੀਦੀ ਹੈ ਜੀ, ਜ਼ਰੂਰ ਚਾਹੀਦੀ ਹੈ ਇਹੋ ਜਿਹੇ ਗ੍ਰਾਂਟ ਦੇਣੀ ਤਾਂ ਕਿ ਸ਼ਹਿਰ ਦੀ ਵੀ ਡਿਵੈਲਪਮੈਂਟ ਹੋ ਸਕੇ, ਮਹੱਲਿਆਂ ਦੀ ਵੀ ਹੋ ਸਕੇ। ਜ਼ਰੂਰ ਚਾਹੀਦੀ ਹੈ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ KBC ਦੇ ਦਰਸ਼ਕਾਂ ਨੂੰ ਬਹੁਤ ਬਹੁਮੁੱਲੇ ਜਵਾਬ ਦੇਣ ਦਾ, ਤੇ ਆਉਣ ਵਾਲੇ ਜਿਹੜੇ ਕਾਉਂਸਲਰ ਹੈ ਉਹਨਾਂ ਨੂੰ ਇੱਕ ਬਹੁਤ ਵਧੀਆ ਮੈਸੇਜ ਦੇਣ ਦਾ ਕਿ ਕੰਮ ਕਰੋਗੇ ਤੇ ਜਿੱਤੋਗੇ। ਥੈਂਕ ਯੂ ਵੈਰੀ ਮਚ। ਸਰ ਤੁਹਾਡਾ ਕੀ ਸ਼ੁਭ ਨਾਮ ਹੈ ਜੀ? ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਹਰਪ੍ਰੀਤ ਜੀ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਤੇ ਮੈਂ ਕੁਝ ਜਿੱਦਾਂ ਦਾ ਚੁਣਾਵੀ ਮਾਹੌਲ ਬਣਨ ਜਾ ਰਿਹਾ ਹੈ, ਕੁਝ ਕਾਉਂਸਲਰ ਰਿਲੇਟਡ ਤੁਹਾਡੇ ਕੋਲ ਪ੍ਰਸ਼ਨ ਕਰਾਂਗਾ ਕਿ ਕਿਹੋ ਜਿਹਾ ਕਾਉਂਸਲਰ ਚਾਹੁੰਦੇ ਆ ਤੁਸੀਂ ਆਪਣੇ ਵਾਰਡ 'ਚ? ਭਾਜੀ ਜਿਹੜਾ ਲੋਕਾਂ ਦੇ ਕੰਮ ਆ ਸਕੇ, ਲੋਕਲ ਲੈਵਲ ਦੇ ਕੰਮ ਕਰਾ ਸਕੇ ਜਿਹੜੇ, ਉਹ ਵਧੀਆ ਰਹਿੰਦਾ ਜੀ ਸਾਡੇ ਕੋਲ। ਮਤਲਬ ਕਿ ਲੋਕਲ ਲੈਵਲ ਦੇ ਮੁੱਦੇ ਹੁੰਦੇ ਉਹਨਾਂ 'ਤੇ ਕੰਮ ਕਰ ਸਕੇ। ਕਿਆ ਕੋਈ ਇਸ ਇਲੈਕਸ਼ਨਾਂ ਦੇ ਵਿੱਚ ਲੋਕਲ ਮੁੱਦੇ ਹੁੰਦੇ ਨੇ ਜਾਂ ਇਸ ਤੋਂ ਇਲਾਵਾ ਵੀ ਕੋਈ ਮੁੱਦਾ ਹੁੰਦਾ ਹੈ? ਭਾਜੀ MC ਦੇ ਇਲੈਕਸ਼ਨ ਹੁੰਦੇ ਹੀ ਲੋਕਲ ਕੀ ਗਲੀਆਂ ਨਾਲੀਆਂ ਦੇ ਸਫਾਈ ਦੇ ਮੁੱਦੇ, ਲਾਈਟਾਂ ਦੇ ਮੁੱਦੇ, ਇਸ ਤੋਂ ਜ਼ਿਆਦਾ ਮੈਨੂੰ ਨਹੀਂ ਲੱਗਦਾ ਕੋਈ ਮੁੱਦੇ ਹੁੰਦੇ ਜੀ ਇਹਦੇ ਵਿੱਚ। ਪਾਰਟੀਬਾਜੀ ਦਾ ਕੋਈ ਮੁੱਦਾ ਨਹੀਂ ਹੁੰਦਾ। ਹਰੇਕ ਬੰਦੇ ਦਾ ਆਪੋ ਆਪਣਾ। ਮੰਨ ਲਓ ਕਿ ਮੇਰੇ ਘਰ ਦੇ ਕੋਲ ਕੋਈ ਲਾਈਟ ਖਰਾਬ ਹੈ, ਮੈਂ MC ਸਾਹਿਬ ਨੂੰ ਫੋਨ ਕੀਤਾ, ਉਹਨਾਂ ਨੇ ਠੀਕ ਕਰਾਤੀ ਮੇਰੇ ਲਈ, ਉਹ ਬਹੁਤ ਵਧੀਆ ਜੀ। ਮੇਰੇ ਜਿੱਦਾਂ ਸਾਡੇ ਮਹੱਲੇ ਦੇ MC ਹੈ ਪਿਛਲੇ, ਮੈਂ ਵਾਰਡ ਨੰਬਰ 13 'ਚ ਰਹਿੰਦਾ, ਸਾਡੇ MC ਉਹਨਾਂ ਨੂੰ ਫੋਨ ਕਰੋ, ਸਾਡੇ ਮਸਲੇ ਦਾ ਤੁਰੰਤ ਹੱਲ ਕਰਾਉਂਦੇ, ਸਾਡੇ ਲਈ ਬਹੁਤ ਵਧੀਆ ਜੀ ਉਹ। ਹਰਪ੍ਰੀਤ ਜੀ ਨੇ ਬਹੁਤ ਵਧੀਆ ਦੱਸਿਆ ਕਿ ਮੁੱਦੇ ਤਾਂ ਛੋਟੇ ਛੋਟੇ ਨੇ, ਸਵਾਲ ਇਹ ਹੈ ਕਿ MC ਆਪਣੇ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਚੱਕਰਵਿਊਹ ਹੈ ਇਹਦੇ ਤੋਂ ਉੱਪਰ ਉੱਠੇ ਔਰ ਵਾਰਡ ਦੇ ਹਰ ਬੰਦੇ ਦਾ ਨਿਡਰਤਾ ਦੇ ਨਾਲ ਕੰਮ ਕਰਾਵੇ ਤਾਂ ਕਿ MC ਦਾ ਬਹੁਤ ਜਿਹੜਾ ਲੋਕ ਹੈ ਵੈਲਕਮ ਕਰਨ ਆਉਣ ਵਾਲੇ ਟਾਈਮ 'ਚ। ਹਰਪ੍ਰੀਤ ਜੀ ਮੇਰਾ ਇੱਕ ਸਵਾਲ ਹੋ ਰਿਹਾ ਹੈ ਕਿ ਜਿਵੇਂ ਸਾਨੂੰ 2-3 ਦਿਨ ਇਹ ਪ੍ਰੋਗਰਾਮ ਕਰਦੇ ਹੋ ਗਏ ਆ, ਬਹੁਤ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕੋਈ ਬਹੁਤ ਵਧੀਆ ਵਾਰਡ ਵਾਈਜ਼ ਸਟੇਡੀਅਮ ਨਹੀਂ ਹੈ। ਇਸ ਲਈ ਜਿਹੜੇ ਬਜ਼ੁਰਗ ਔਰ ਬੱਚੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਗਲੀਆਂ ਦੇ ਵਿੱਚ ਹੀ ਖੇਲਦੇ ਨੇ। ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਆਉਣ ਵਾਲੇ ਕਾਉਂਸਲਰਸ ਨੂੰ ਕਿ ਜਿਹੜੇ ਆ ਸਟੇਡੀਅਮ ਔਰ ਛੋਟੇ ਛੋਟੇ ਪਾਰਕ ਪ੍ਰੋਵਾਈਡ ਕੀਤੇ ਜਾਣ? ਭਾਜੀ ਇਹਦਾ ਕਿੱਦਾਂ ਹੱਲ ਹੋਊਗਾ? ਜਿਹੜੇ ਪੁਰਾਣੇ ਮਹੱਲੇ ਉਹਨਾਂ 'ਚ ਜਗ੍ਹਾ ਹੀ ਹੈ ਨਹੀਂ। ਜਿੱਦਾਂ ਹੁਣ ਆਪਾਂ ਇੱਥੇ ਆਉਂਦੇ ਹਾਂ, ਨਵੀਂ ਕਲੋਨੀ ਬਣੀ ਹੈ, ਇਹਦੇ ਵਿੱਚ ਪਾਰਕ ਦੀ ਮੇਰੇ ਖਿਆਲ 2 ਸਪੇਸ ਰੱਖੀਆਂ ਹੋਈਆਂ ਅਸੀਂ ਇਸ ਕਲੋਨੀ ਵਿੱਚ। ਮੈਂ ਆਉਂਦਾ ਕੰਮ ਆਉਂਦਾ ਇੱਥੇ, ਮੇਰਾ ਪ੍ਰਿੰਟਿੰਗ ਦਾ ਕੰਮ ਆ। ਇੱਥੇ 2 ਪਾਰਕ ਹੈਗੀਆਂ ਜਿਹੜੀਆਂ ਨਵੀਆਂ ਕਲੋਨੀ ਡਿਵੈਲਪ ਹੁੰਦੀਆਂ, ਆਪਾਂ ਦੇਖਦੇ ਕਿਤੇ ਨਾ ਕਿਤੇ ਪਾਰਕ ਲਈ ਜਗ੍ਹਾ ਹੁੰਦੀ ਹੈ। ਹੁਣ ਸਾਡਾ ਵਾਰਡ ਆ, ਉਹਦੇ ਵਿੱਚ ਕੋਈ ਪਾਰਕ ਲਈ ਜਗ੍ਹਾ ਸਪੇਸ ਛੱਡੀ ਨਹੀਂ ਗਈ। ਪੁਰਾਣੀ ਕਲੋਨੀ ਕੱਟੀ, ਜਦੋਂ ਕੱਟੀ ਸੀ ਉਦੋਂ ਨਹੀਂ ਛੱਡੀ ਤਾਂ ਹੁਣ ਕਿੱਦਾਂ ਬਣ ਜੂਗੀ? ਹਰਪ੍ਰੀਤ ਜੀ ਜਿਹੜੀਆਂ ਨਵੀਆਂ ਕਲੋਨੀਆਂ ਕੱਟ ਹੋ ਰਹੀਆਂ ਜਾਂ ਜਿਹੜੀ ਕਾਰਪੋਰੇਸ਼ਨ ਕੋ ਜਗ੍ਹਾ ਪਈ ਹੈ, ਫालतू ਜਗ੍ਹਾ ਪਈ ਹੈ, ਜਿਵੇਂ ਕਿ ਕਈ ਇਹਨਾਂ ਨੇ ਡੰਪਰ ਬਣਾਏ ਆ, ਕਈ ਜਗ੍ਹਾ ਉਵੇਂ ਵਿਹਲੀਆਂ ਪਈਆਂ ਜਿੱਥੇ ਕੋਈ ਕਾਰਗੁਜ਼ਾਰੀ ਨਹੀਂ ਕੀਤੀ ਜਾਂਦੀ, ਇਹ ਸਵਾਲ ਉਸ ਜਗ੍ਹਾ ਦੇ ਰਿਲੇਟਡ ਹੈ? ਹਾਂਜੀ ਉੱਥੇ ਜ਼ਰੂਰ ਕਰਨਾ ਚਾਹੀਦਾ ਜੀ। ਉੱਥੇ ਤਾਂ ਅਸੀਂ ਕਾਉਂਸਲਰ ਨੂੰ ਵੀ ਰਿਕੁਐਸਟ ਵੀ ਕਰਦੇ ਹਾਂ, ਜਿਹਨੂੰ ਵੀ ਹੋ ਸਕਦਾ ਹੈ, ਜਿਹੜਾ ਵੀ ਸੰਬੰਧਿਤ ਅਥਾਰਟੀ, ਕੰਪੀਟੀਟਿਵ ਅਥਾਰਟੀ ਹੋਊਗੀ, ਉਹਨੂੰ ਚਾਹੀਦਾ ਕਿ ਕਿਤੇ ਨਾ ਕਿਤੇ ਜੇ ਲੋਕਲ ਜਿਹੜੇ ਸਾਡੇ ਵਸਨੀਕ ਮੰਨ ਲਓ ਅਸੀਂ ਹਾਂ, ਜੇ ਸਾਡੇ ਕੋਈ ਇੱਦਾਂ ਦੀ ਜਗ੍ਹਾ ਹੈਗੀ ਜਿਹੜੀ ਸਰਕਾਰੀ ਰਹਿੰਦੀ ਹੈਗੀ ਆ, ਜੇ ਉੱਥੇ ਪਾਰਕ ਬਣਾ ਦੇਣ, ਨਿਆਣਿਆਂ ਦੇ ਖੇਡਣ ਨੂੰ, ਬਜ਼ੁਰਗਾਂ ਦੇ ਬੈਠਣ ਉੱਠਣ ਨੂੰ ਜਗ੍ਹਾ ਬਣ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ। ਅਸੀਂ ਤਾਂ ਚਾਹੁੰਦੇ ਬਣੇ, ਜੇ ਹੋਵੇ ਕੋਈ ਇੱਦਾਂ ਜਗ੍ਹਾ ਜਿੱਥੇ ਜਗ੍ਹਾ ਹੀ ਹੈ ਨਹੀਂ, ਪੁਰਾਣੀ ਕਲੋਨੀਆਂ ਛੱਡੀ ਨਹੀਂ ਗਈ, ਜਿਹੜੀਆਂ ਅਨਆਥੋਰਾਈਜ਼ਡ ਕਲੋਨੀਆਂ ਪਹਿਲਾਂ ਕੱਟੀਆਂ ਜਾਂ ਮੁੜ ਕੇ ਰੈਗੂਲਰਾਈਜ਼ ਹੋ ਗਈਆਂ, ਉਹਨਾਂ ਜਗ੍ਹਾ ਹੈ ਨਹੀਂ ਗੀ। ਸਾਡੀ ਕਲੋਨੀ 'ਚ ਹੈ ਨਹੀਂ ਗੀ ਕੋਈ ਵੀ ਪਾਰਕ ਦੀ ਜਗ੍ਹਾ। ਹੁਣ ਅਸੀਂ ਕਿੱਥੋਂ ਮੰਗਾਂਗੇ, ਕਿਹਨੂੰ ਕਵਾਂਗੇ ਪਾਰਕ ਬਣਾ ਕੇ ਦਿਓ?
ਹਰਪ੍ਰੀਤ ਜੀ ਮੇਰਾ ਅਗਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਜਿਵੇਂ ਜਿਵੇਂ ਵਕਤ ਬਦਲ ਰਿਹਾ ਹੈ ਟਰਾਂਸਪੇਰੈਂਸੀ ਵੱਧਦੀ ਜਾ ਰਹੀ ਹੈ, ਕਿਆ ਇਹੋ ਜਿਹਾ ਸਿਸਟਮ ਆਵੇ ਕਿ ਸਾਨੂੰ ਆਪਣੇ ਜਿਹੜੇ ਕਾਰਪੋਰੇਸ਼ਨ ਦੇ ਕੌਂਸਲਰਸ ਨੇ ਉਹਨਾਂ ਨੂੰ ਵਾਰਡ ਵਾਈਜ਼ ਕਿੰਨਾ ਫੰਡ ਮਿਲਦਾ ਹੈ ਔਰ ਕਿੱਥੇ ਕਿੱਥੇ ਪੈਸਾ ਲੱਗਦਾ ਹੈ, ਕਿਆ ਅੱਜ ਜਨਤਾ ਹੱਕ ਰੱਖਦੀ ਹੈ ਜਾਣਨ ਦਾ? ਬਿਲਕੁਲ ਜੀ, ਬਿਲकुल ਰੱਖਦੀ ਹੈ ਹੱਕ। ਵੈਸੇ ਵੀ ਅੱਜ ਕੱਲ੍ਹ ਹਰੇਕ ਚੀਜ਼ ਜਦ ਆਨਲਾਈਨ ਹੈਗੀ ਤੇ ਇਹ ਵੀ ਹੋ ਜਾਣਾ ਚਾਹੀਦਾ ਵਧੀਆ, ਜੇ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ। ਇਹ ਸਾਡੇ ਵਿੱਚ ਹਰਪ੍ਰੀਤ ਜੀ ਨੇ ਜਿਹੜੇ ਦੱਸ ਰਹੇ ਨੇ ਕਿ ਅੱਜ ਜਨਤਾ ਨੂੰ ਵੀ ਕੌਂਸਲਰਸ ਔਰ ਕੌਂਸਲਰ ਦੀਆਂ ਐਕਟੀਵਿਟੀਆਂ ਜਾਣਨ ਦਾ ਪੂਰਾ ਹੱਕ ਹੈ। ਜਨਰਲੀ ਹਰਪ੍ਰੀਤ ਜੀ ਸਾਨੂੰ ਇਹ ਜਵਾਬ ਮਿਲਦਾ ਹੈ ਕਿ ਕਾਰਪੋਰੇਸ਼ਨ ਕੋ ਫੰਡ ਨਹੀਂ, ਅਸੀਂ ਤਾਂ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਅਸੀਂ ਤਾਂ ਬਹੁਤ ਕੁਝ ਕਰਨਾ ਚਾਹੁੰਦੇ ਹਾਂ। ਕਿਉਂ ਨਹੀਂ ਇਸ ਸੱਚਾਈ ਨੂੰ ਜਾਣਨ ਦੇ ਲਈ ਅਸੀਂ ਵਾਈਟ ਪੇਪਰ ਇੱਕ ਇਸ਼ੂ ਕਰੀਏ ਕਾਰਪੋਰੇਸ਼ਨ ਦੀ ਕਾਰਵਾਈ ਦੇ ਉੱਤੇ? ਕਰਾ ਦੇਣਾ ਚਾਹੀਦਾ ਜੀ, ਕਿਉਂਕਿ ਜਿਹੜਾ ਵੀ ਬਣਦਾ ਟੈਕਸ, ਮੰਨ ਲਓ ਮੈਂ ਸਵੇਰ ਦੇ ਚਾਹ ਦੇ ਕੱਪ ਤੋਂ ਲੈ ਕੇ ਜੇ ਮਾਚਸ ਦੀ ਡੱਬੀ ਵੀ ਲੈਂਦੇ ਉਹਦੇ ਤੇ ਵੀ ਮੈਂ ਟੈਕਸ ਦਿੰਦਾ, ਹਰੇਕ ਚੀਜ਼ ਦੇ ਉੱਤੇ ਦਿੰਦਾ। ਕੋਈ ਵੀ ਮੈਂ ਆਮ ਨਾਗਰਿਕ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਦਾ। ਡਾਇਰੈਕਟ ਟੈਕਸ ਵੀ ਦਿੰਦਾ, ਇਨਡਾਇਰੈਕਟ ਟੈਕਸ ਵੀ ਦਿੰਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਉਹਨੂੰ ਕਿਸੇ ਚੀਜ਼ ਤੋਂ ਰਿਆਇਤ ਨਹੀਂ ਮਿਲਦੀ। ਜੇ ਸਰਕਾਰਾਂ ਦਾ ਖਜ਼ਾਨਾ ਖਾਲੀ ਹੈ, ਜੇ ਸਰਕਾਰਾਂ ਕੋਲ ਪੈਸੇ ਨਹੀਂ ਹੈਗੇ, ਤਾਂ ਸਰਕਾਰਾਂ ਦਾ ਮੁੱਦਾ ਹੈ ਨਾ ਜੀ, ਕਿਉਂ ਨਹੀਂ ਹੈਗੇ ਪੈਸੇ। ਜੇ ਤਾਂ ਦੱਸਣ ਵੀ ਕਿਸੇ ਕਾਰਨ ਕਰਕੇ ਫਲਾਣੇ ਨਾਗਰਿਕ ਨੂੰ ਆਪਾਂ ਉਹਦੇ ਤੋਂ ਟੈਕਸ ਨਹੀਂ ਲਿਆ ਜਾਂ ਉਹਨੇ ਨਹੀਂ ਦਿੱਤਾ, ਠੀਕ ਹੈ ਨਾ ਜੀ। ਜੇ ਸਾਡੇ ਕੋਲ ਅੱਜ ਬਿਜਲੀ ਆਉਂਦੀ ਹੈ, ਬਿਜਲੀ ਦੇ ਉੱਤੇ ਵੀ ਚੁੰਗੀ ਲੱਗ ਕੇ ਆਉਂਦੀ ਹੈ, ਅਸੀਂ ਤਾਂ ਸਰਕਾਰ ਨੂੰ ਹਰੇਕ ਪੈਸਾ ਦਿੰਦੇ ਪਏ। ਬਹੁਤ ਵਧੀਆ ਦੱਸਿਆ ਕਿ ਆਮ ਜਨਤਾ ਸਰਕਾਰ ਨੂੰ ਸਵੇਰੇ ਚਾਹ ਪੀਣ ਦੇ ਕੱਪ ਤੋਂ ਲੈ ਕੇ ਰਾਤ ਤੱਕ ਟੈਕਸ ਹੀ ਟੈਕਸ ਦਿੰਦੀ ਹੈ, ਤੇ ਟਾਈਮ ਆ ਗਿਆ ਹੈ ਕਿ ਜਨਤਾ ਨੂੰ ਵੀ ਜਿਹੜੇ ਸਰਕਾਰ ਦੇ ਪੈਸੇ ਖਰਚ ਹੁੰਦੇ ਨੇ ਉਹਦਾ ਪੂਰਾ ਹਿਸਾਬ ਹੋਵੇ। ਹਰਪ੍ਰੀਤ ਜੀ ਮੇਰਾ ਲਾਸਟ ਸਵਾਲ ਤੁਹਾਡੇ ਤੋਂ ਇਹ ਹੈ ਕਿ ਸਾਨੂੰ ਕੱਲ੍ਹ ਔਰ ਪਰਸੋਂ ਬਹੁਤ ਲੋਕਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕਾਰਪੋਰੇਸ਼ਨਾਂ ਸੈਸ ਇਕੱਠਾ ਕਰਦੀਆਂ, ਤੁਸੀਂ ਚੇਤਕ ਲੈਣ ਚੱਲ ਜਾਓ, ਐਕਟਿਵਾ ਲੈਣ ਚੱਲ ਜਾਓ, ਤੁਹਾਡੇ ਤੇ ਟੈਕਸ ਹੈ, ਐਜੂਕੇਸ਼ਨ ਸੈਸ ਹੈ, ਬਲਾ ਸੈਸ ਹੈ, ਹਰ ਤਰ੍ਹਾਂ ਦੇ ਸੈਸ ਲੋਕ ਦਿੰਦੇ ਨੇ। ਪਰ ਅੱਜ ਵੀ ਅਸੀਂ ਅਵਾਰਾ ਕੁੱਤੇ ਔਰ ਅਵਾਰਾ ਪਸ਼ੂ ਦੇਖਦੇ ਹਾਂ ਸੜਕਾਂ ਦੇ ਉੱਤੇ। ਕਿਆ ਇਹੋ ਜਿਹੀ ਕਾਰਵਾਈ ਕੌਂਸਲਰਾਂ ਦੇ ਉੱਤੇ ਹੋਣੀ ਚਾਹੀਦੀ ਹੈ? ਸੈਸ ਲੈਣ ਤੋਂ ਬਾਅਦ ਵੀ ਉਹ ਬੇਜਾਨ ਜਿਹੜੇ ਜਾਨਵਰ ਹੈ ਉਹਨਾਂ ਨੂੰ ਸੰਭਾਲ ਨਹੀਂ ਪਾਉਂਦੇ? ਬਿਲਕੁਲ ਜੀ, ਕਾਰਪੋਰੇਸ਼ਨ ਤੇ ਹੋਣੀ ਚਾਹੀਦੀ। ਜਿੱਦਾਂ ਸਾਡੀ ਕਲੋਨੀ ਦੇ ਵਿੱਚ ਅਵਾਰਾ ਕੁੱਤਿਆਂ ਦਾ ਬਹੁਤ, ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਡਰ ਰਹਿੰਦਾ। ਬੱਚਾ ਜੇ ਆਪਾਂ ਘਰ ਤੋਂ ਬਾਹਰ ਬੱਚੇ ਨੂੰ ਥੋੜ੍ਹੀ ਦੂਰ ਤੱਕ ਵੀ ਦੁਕਾਨ 'ਤੇ ਕੋਈ ਸਮਾਨ ਲੈਣ ਵੀ ਜਾਣਾ ਹੋਵੇ ਨਾ, ਬੱਚਾ ਜਾਣ ਤੋਂ ਡਰਦਾ ਕਿ ਕਿਤੇ ਕੁੱਤੇ ਨਾ ਉਹਨੂੰ ਵੱਢ ਲੈਣ। ਅਸੀਂ ਖਬਰਾਂ ਵਿੱਚ ਵੀ ਦੇਖਦੇ ਹਾਂ ਬੱਚਿਆਂ ਨੂੰ, ਬਜ਼ੁਰਗਾਂ ਨੂੰ ਕੁੱਤੇ ਵੀ ਜ਼ਿਆਦਾ ਪੈਂਦੇ, ਜਾਂ ਹੋਰ ਵੀ ਆਪਾਂ ਖਬਰਾਂ ਦੇਖਦੇ ਸੁਣਦੇ ਹਾਂ ਕਿਤੇ ਕੋਈ ਅਵਾਰਾ ਸਾਂਢ ਘੁੰਮਦੇ ਹੁੰਦੇ ਆ, ਜਾਂ ਕੁੱਤੇ ਨੂੰ ਬਚਾਉਂਦੇ ਜਾ ਕੇ ਸਕੂਟਰ ਵੱਜਿਆ ਕਿਸੇ ਹੋਰ ਵਿੱਚ, ਜਾਨ ਤੱਕ ਚੱਲ ਜਾਂਦੀ ਹੈ, ਜੇ ਹੱਥ ਪੈਰ ਨਕਾਰਾ ਵੀ ਹੋ ਜਾਂਦੇ। ਇਹ ਹੋਣਾ ਚਾਹੀਦਾ ਜ਼ਰੂਰ। ਜਦ ਅਸੀਂ ਟੈਕਸ ਦਿੰਦੇ ਪਏ, ਕੋਈ ਸੈਸ ਵੀ ਦਿੰਦੇ ਪਏ, ਹਰੇਕ ਤਰ੍ਹਾਂ ਦੇ ਉੱਪਰ ਆਪਾਂ ਦਿੰਦੇ, ਟੈਕਸ ਦੇ ਉੱਤੇ ਵੀ ਟੈਕਸ ਦਿੰਦੇ ਪਏ, ਤਾਂ ਸਾਨੂੰ ਸਹੂਲਤ ਕਿਉਂ ਨਹੀਂ ਮਿਲਦੀ? ਵੀ ਮਿਲਣੀ ਚਾਹੀਦੀ ਹੈ। ਹਰਪ੍ਰੀਤ ਜੀ ਮੇਰਾ ਅਗਲਾ ਸਵਾਲ ਇਹ ਹੈ ਕਿ ਅਗਲਾ ਇੱਕ ਕਿਹਾ ਸੀ ਆਖਰੀ ਸਵਾਲ, ਤੁਸੀਂ ਬਹੁਤ ਵਧੀਆ ਜਵਾਬ ਦੇ ਰਹੇ ਹੋ। ਇਹੋ ਜਿਹੇ ਤਾਂ ਸਾਨੂੰ ਵਿਊਅਰ ਚਾਹੀਦੇ ਨੇ, ਇਹੋ ਜਿਹੇ ਜਵਾਬ ਦੇਣ ਵਾਲੇ ਚਾਹੀਦੇ ਨੇ। ਮੇਰੇ ਦੋ ਸਵਾਲ ਲਾਸਟ ਇਹ ਹੈ ਕਿ ਕਿਆ ਸਪੋਰਟਸ ਕੋਟੇ ਦੇ ਵਿੱਚ ਕੋਈ ਕੌਂਸਲਰ ਰੱਖਿਆ ਜਾਵੇ ਤਾਂ ਕਿ ਸਪੋਰਟਸ ਨੂੰ ਬੜਾਵਾ ਦਿੱਤਾ ਜਾਵੇ? ਹਾਂਜੀ, ਹੋਣਾ ਚਾਹੀਦਾ ਜੀ, ਹੋਣਾ ਚਾਹੀਦਾ ਜੀ। ਸਪੋਰਟਸ ਕੋਟੇ ਤੋਂ ਕੌਂਸਲਰ ਹੋਣਾ ਚਾਹੀਦਾ? ਹਾਂਜੀ, ਜੇ ਹੋਵੇ ਤਾਂ ਵਧੀਆ। ਇੱਕ ਐਡ ਹੋਣੀ ਹੈ ਕਿਸੇ ਖਾਸ ਕਰਕੇ ਜਿੱਦਾਂ ਖੇਡਾਂ ਵੱਲ ਧਿਆਨ ਦੇਊਗੀ। ਜੇ ਆਪਾਂ ਕਹਿੰਦੇ ਹਾਂ ਸਟੇਡੀਅਮ ਹੋਣਾ ਚਾਹੀਦਾ ਜਾਂ ਕੁਛ ਹੋਰ, ਇਹਦੇ ਵੱਲ ਹੋ ਸਕਦਾ ਜੋ ਆਪ ਸਪੋਰਟਸ ਪਰਸਨ ਹੋਊਗਾ ਤਾਂ ਇਸ ਚੀਜ਼ ਵੱਲ ਜ਼ਿਆਦਾ ਧਿਆਨ ਦੇ ਦੂਗਾ। ਕਿਆ ਕੌਂਸਲਰਸ ਅਵਾਰਡ ਰੱਖੇ ਜਾਣ ਤਾਂ ਕਿ ਕੌਂਸਲਰ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਕੇ ਅਵਾਰਡ ਜਿੱਤਣ ਦੀ ਹਾਸਲ ਕਰਨ? ਬੈਸਟ ਕੌਂਸਲਰ ਆਫ ਦਾ ਹੁਸ਼ਿਆਰਪੁਰ ਅਵਾਰਡ ਸ਼ੁਰੂ ਕੀਤਾ ਜਾਵੇ? ਸ਼ੁਰੂ ਕੀਤਾ ਜਾਣਾ ਚਾਹੀਦਾ ਜੀ, ਪਰ ਸਾਡੇ ਅਵਾਰਡ ਦੇ ਜਿਹੜੇ MC ਸਾਹਿਬ ਆ, ਅਸੀਂ ਕਹਿੰਦੇ ਆ ਬੈਸਟ ਆ। ਹੱਲੇ ਵੀ ਸਾਡਾ ਅਵਾਰਡ ਇਹੀ ਹੈ ਕਿ ਸਾਨੂੰ ਉਹ ਵਧੀਆ ਹੈ। ਜੇ ਅਸੀਂ ਉਹਨਾਂ ਨੂੰ ਪਿਛਲੀ ਵਾਰੀ ਵੋਟ ਪਾਈ, ਅਸੀਂ ਦੁਬਾਰਾ ਵੀ ਪਾਵਾਂਗੇ। ਇਹ ਸੀ ਹਰਪ੍ਰੀਤ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ KBC ਦੇ ਲਈ। ਹਰਪ੍ਰੀਤ ਜੀ ਤੁਹਾਡਾ ਬਹੁਤ ਧੰਨਵਾਦ KBC ਦੀ ਟੀਮ ਵੱਲੋਂ ਤੇ KBC ਦੇ ਵਿਊਅਰਸ ਵੱਲੋਂ। ਕੌਣ ਬਣੇਗਾ ਕੌਂਸਲਰ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨਸ 2021 ਹੁਸ਼ਿਆਰਪੁਰ। ਥੈਂਕ ਯੂ ਜੀ। वेलकम टू KBC कौन बनेगा काउंसलर म्यूनसिपल कॉरपोरेशन इलैक्शनस 2021 ਹੁਸ਼ਿਆਰਪੁਰ। ਮੈਂ ਅੱਜ ਸੈਫਰਨ ਸਿਟੀ ਦੇ ਵਿੱਚ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਿਹਾ ਹਾਂ। ਸਾਡੇ ਸਾਹਮਣੇ ਨੇ ਸ਼੍ਰੀ ਚੰਦਰ ਸ਼ੇਖਰ ਜੀ। ਵੈਲਕਮ ਟੂ KBC ਚੰਦਰ ਸ਼ੇਖਰ ਜੀ। ਵੈਲਕਮ ਜੀ, ਥੈਂਕ ਯੂ ਜੀ। ਚੰਦਰ ਸ਼ੇਖਰ ਜੀ, ਜਿਵੇਂ ਇਲੈਕਸ਼ਨ ਦਾ ਮਾਹੌਲ ਸ਼ੁਰੂ ਹੋ ਚੁੱਕਾ ਹੈ, ਵੈਸੇ ਤਾਂ ਸਾਡੇ ਮੁਲਕ ਦੇ ਵਿੱਚ ਹਰ ਵੇਲੇ ਇਲੈਕਸ਼ਨ ਰਹਿੰਦੇ ਨੇ, ਕਦੀ ਸਟੇਟ ਦੇ, ਕਦੀ ਅਸੈਂਬਲੀ ਦੇ, ਕਦੀ ਕਾਰਪੋਰੇਸ਼ਨ ਦੇ। ਪਰ ਆਹ ਇਲੈਕਸ਼ਨ ਸਾਡੇ ਸਿਟੀ ਲਈ ਬਹੁਤ ਇੰਪੋਰਟੈਂਟ ਇਲੈਕਸ਼ਨਸ ਹੈ, ਕਿਉਂਕਿ ਕਾਰਪੋਰੇਸ਼ਨ ਹੀ ਸਾਡੇ ਜਿਹੜੇ ਸ਼ਹਿਰ ਦਾ ਨਕਸ਼ਾ ਬਦਲਣ ਦਾ ਪੂਰਾ ਦਮ ਰੱਖਦੀ ਹੈ। ਮੇਰੇ ਸਵਾਲ ਹੋਣ ਵਾਲੇ ਕੌਂਸਲਰ ਦੇ ਰਿਲੇਟਡ ਨੇ
ਕਿਹੋ ਜਿਹਾ ਕਾਉਂਸਲਰ ਦੇਖਣਾ ਚਾਹੋਗੇ ਤੁਸੀਂ ਆਪਣੇ ਵਾਰਡ 'ਚ? ਬੇਸਿਕਲੀ ਕਾਉਂਸਲਰ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਵਰਕ ਕਰੇ ਸਾਡੇ ਲਈ, ਸਾਡੀ ਕਾਲੋਨੀ ਲਈ, ਜਾਂ ਜੋ ਵੀ ਸਾਡਾ ਵਾਰਡ ਹੈ ਉਹਦੇ ਲਈ, ਅਤੇ ਉਹਦੇ ਨਾਲ ਨਾਲ ਸਾਨੂੰ ਬੇਸਿਕਲੀ ਜਿਹੜੀ ਬੇਸਿਕ ਨੀਡਸ ਨੇ ਉਹ ਕੰਪਲੀਟ ਕਰੇ ਸਾਡੀ, ਜਿਹੜੀ ਸਾਡੇ ਡੇਲੀ ਰੂਟੀਨ 'ਚ ਅਸੀਂ ਜਿੱਦਾਂ ਰੋਡਸ ਹੋ ਗਈਆਂ, ਪਾਰਕਸ ਹੋ ਗਏ, ਔਰ ਪਲੇਗਰਾਊਂਡ ਮਤਲਬ ਬੱਚਿਆਂ ਦੇ ਖੇਲਣ ਲਈ ਜਗ੍ਹਾ ਹੋ ਗਈ, ਇਹ ਚੀਜ਼ਾਂ ਜ਼ਰੂਰ, ਲਾਈਟਸ ਹੋ ਗਈ, ਸਟਰੀਟ ਲਾਈਟਸ ਹੋ ਗਈਆਂ, ਜਿਹੜੀ ਉਹਨਾਂ ਦੇ ਅੰਡਰ ਆਉਂਦੀਆਂ ਨੇ ਸਾਰੀ ਚੀਜ਼ਾਂ। ਚੰਦਰ ਸ਼ੇਖਰ ਜੀ, ਆਪਾਂ ਬਹੁਤ ਚਿਰ ਤੋਂ ਜਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ ਜਿਵੇਂ ਲਾਈਟ ਹੋ ਗਈ, ਤੁਹਾਡਾ ਰੋਡਸ ਹੋ ਗਈਆਂ, ਸੀਵਰੇਜ ਹੋ ਗਿਆ, ਸੀਵਰੇਜ ਦਾ ਪਾਣੀ ਕਿਤੇ ਖੜਾ ਹੁੰਦਾ ਹੈ, ਇਹੋ ਜਿਹੀ ਬੇਸਿਕ ਚੀਜ਼ਾਂ ਤੋਂ ਜਿਹੜੇ ਵਾਰਡ ਦੇ ਲੋਕ ਸੰਘਰਸ਼ ਕਰਦੇ ਨੇ ਹਰ ਵੇਲੇ, ਅਤੇ ਕਿਆ ਕਾਉਂਸਲਰਸ ਨੂੰ ਅਕਾਊਂਟੇਬਲ ਬਣਾਉਣ ਦੇ ਲਈ ਕੋਈ ਇੱਦਾਂ ਦਾ ਪ੍ਰੋਗਰਾਮ ਲੈ ਕੇ ਆਇਆ ਜਾਵੇ ਜਿੱਥੇ ਕਾਉਂਸਲਰ ਜਵਾਬਦੇਹੀ ਹੋਵੇ, ਸਾਲ ਬਾਅਦ ਉਹਦੇ ਕੋਲੋਂ ਵਾਰਡ ਦੇ ਲੋਕ ਬਹਿ ਕੇ ਪੁੱਛਣ ਕਿ ਸਰ ਆਹ ਕੰਮ ਪੈਂਡਿੰਗ ਹੈਗੇ ਨੇ ਅਤੇ ਇਹਦਾ ਜਵਾਬ ਦਿਓ? ਕਿਆ ਕੋਈ ਇਹੋ ਜਿਹਾ ਸਿਸਟਮ ਇਨਵੋਲਵ ਕੀਤਾ ਜਾਵੇ? ਹੋਣਾ ਚਾਹੀਦਾ ਜੀ ਸਰ, ਇਹ ਜ਼ਰੂਰੀ ਹੈ, ਕਿਉਂਕਿ ਅਗਰ ਤੁਸੀਂ ਕਿਸੇ ਚੀਜ਼ ਲਈ ਰਿਸਪੋਂਸੀਬਲ ਹੋ, ਜਾਂ ਜਿਸ ਪੋਸਟ ਲਈ ਤੁਸੀਂ ਹੈਗੇ ਹੋ, ਉਹ ਜਿਹੜੇ ਤੁਸੀਂ ਕਮਿਟ ਕੀਤੇ ਹੈ ਕਿ ਬਈ ਆਪਾਂ ਇਹ ਇਸ ਈਅਰ 'ਚ ਕਰਾਂਗੇ, ਉਹ ਈਅਰ 'ਚ ਕਿੰਨੇ ਕੰਮ ਹੋ ਚੁੱਕੇ ਹੈ, ਕਿਹੜੇ ਬੈਲੈਂਸ ਹੈਗੇ ਪੈਂਡਿੰਗ ਹੈਗੇ, ਉਹ ਕਿਉਂ ਪੈਂਡਿੰਗ ਹੈਗੇ ਹੈ, ਉਹਦੀ ਅਕਾਊਂਟੇਬਿਲਿਟੀ ਤਾਂ ਹੋਣੀ ਚਾਹੀਦੀ ਹੈ ਨਾ। ਕਿਆ ਕੋਈ ਸ਼ਵੇਤ ਪੱਤਰ ਵੀ ਜਾਰੀ ਹੋਵੇ ਵਾਰਡ ਦੇ ਵਿੱਚ ਤਾਂ ਕਿ ਟਰਾਂਸਪੇਰੈਂਸੀ ਵਧੇ, ਲੋਕਾਂ ਨੂੰ ਪਤਾ ਲੱਗੇ ਕਿ ਯਾਰ ਹਾਂ ਇਸ ਕਾਉਂਸਲਰ ਨੇ ਸੱਚੀ ਇੰਨੇ ਪੈਸੇ ਆਏ ਸੀ ਔਰ ਇੰਨੇ ਪੈਸੇ ਵਾਰਡ 'ਚ ਲਾਏ? ਸਰ ਬਿਲਕੁਲ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਮੇਰਾ ਅਗਲਾ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਬਿਜ਼ਨਸ ਕਰ ਰਹੇ ਹੋ, ਅੱਜ ਸਰਕਾਰ ਨੂੰ ਤੁਹਾਡੇ ਬਿਜ਼ਨਸ ਦੇ ਬਾਰੇ 'ਚ ਸਭ ਕੁਝ ਪਤਾ ਹੈ, ਪੈਨ ਨੰਬਰ ਹੈ, ਤੁਹਾਡੀ ਟ੍ਰਾਂਜੈਕਸ਼ਨਸ ਦੇ ਉੱਤੇ ਸਰਕਾਰ ਦੀ ਨਜ਼ਰ ਹੈ, GST ਨੰਬਰ ਹੈ, ਤੁਹਾਡੇ ਲੈਣ ਦੇਣ, ਇਨਕਮ ਟੈਕਸ। ਕਿਆ ਸਾਡੀ ਕਾਰਪੋਰੇਸ਼ਨ ਵੀ ਡਿਜੀਟਲਾਈਜ਼ ਹੋਵੇ ਔਰ ਸਾਡੇ ਜਿਹੜੇ ਕਾਰਪੋਰੇਟਰਸ ਹੈ ਜਿਨ੍ਹਾਂ ਨੂੰ ਵਾਰਡ 'ਚ ਕਿੰਨਾ ਪੈਸਾ ਆਂਦਾ ਹੈ, ਕਿਆ ਉਹਦਾ ਹਿਸਾਬ ਜਨਤਾ ਰੱਖੇ? ਕਿਆ ਇਹ ਸਮੇਂ ਦੀ ਜ਼ਰੂਰਤ ਹੈ? ਤੁਸੀਂ ਠੀਕ ਸਮਝਦੇ ਹੋ ਇਹਨੂੰ? ਨਹੀਂ, ਇਹ ਜ਼ਰੂਰੀ ਹੋਣਾ ਚਾਹੀਦਾ। ਇੱਕ ਆਨਲਾਈਨ ਹੋਣਾ ਚਾਹੀਦਾ ਕਿ ਸਾਡੇ ਵਾਰਡ 'ਚ ਜਿਹੜਾ ਕਾਉਂਸਲਰ ਹੈ ਉਹਦੇ ਕੋਲ ਕਿੰਨੀ ਪਾਵਰ ਹੈ, ਕਿੰਨੀ ਉਹਦੇ ਕੋਲ ਫੰਡਸ ਆਏ ਹੈ, ਉਹਨੇ ਕਿੱਥੇ ਸਪੈਂਡ ਕੀਤੇ ਹੈ, ਇੱਕ ਆਨਲਾਈਨ ਹੋਣਾ ਚਾਹੀਦਾ, ਕੋਈ ਵੀ ਬੰਦਾ ਕਿਤੇ ਵੀ ਚੈੱਕ ਕਰ ਸਕਦਾ ਹੋਵੇ, ਇੱਦਾਂ ਦਾ ਸਿਸਟਮ ਡਿਵੈਲਪ ਹੋਣਾ ਚਾਹੀਦਾ। ਬਹੁਤ ਵਧੀਆ ਜਵਾਬ ਦਿੱਤਾ ਚੰਦਰ ਸ਼ੇਖਰ ਜੀ ਨੇ ਕਿ ਇਹੋ ਜਿਹਾ ਸਿਸਟਮ ਹੋਵੇ ਜਿੱਥੇ ਕਾਰਪੋਰੇਟਰ ਦੀ ਟਰਾਂਸਪੇਰੈਂਸੀ ਸਾਡੇ ਸਾਹਮਣੇ ਆਵੇ, ਵਾਰਡ ਦੇ ਲੋਕਾਂ ਨੂੰ ਪਤਾ ਲੱਗੇ ਕਿ ਕਿੰਨਾ ਕੁ ਪੈਸਾ ਆਇਆ ਸੀ ਔਰ ਵਾਰਡ ਦੇ ਉੱਤੇ ਕਿੰਨਾ ਕੁ ਪੈਸਾ ਖਰਚ ਹੋਇਆ। ਮੇਰਾ ਸਰ ਅਗਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਕਿਆ ਆਉਣ ਵਾਲੇ ਟਾਈਮ ਦੇ ਵਿੱਚ ਕਾਰਪੋਰੇਸ਼ਨ 'ਚ ਕੋਈ ਇਹੋ ਜਿਹਾ ਅਵਾਰਡ ਰੱਖਿਆ ਜਾਵੇ, ਉਹਨਾਂ ਦੀ ਪਰਫਾਰਮੈਂਸ ਨੂੰ ਦੇਖਦਿਆਂ ਬੈਸਟ ਕਾਉਂਸਲਰ ਆਫ ਦਾ ਈਅਰ ਅਵਾਰਡ ਘੋਸ਼ਿਤ ਕੀਤਾ ਜਾਵੇ ਤਾਂ ਕਿ ਉਹ ਵੱਧ ਤੋਂ ਵੱਧ ਚੜ੍ਹ ਕੇ ਕੰਮ ਕਰਨ? ਬਿਲਕੁਲ ਸਹੀ, ਜ਼ਰੂਰੀ ਹੈ ਸਰ ਜੀ। ਇਹ ਅਗਰ ਅਵਾਰਡ ਹੋਏਗਾ ਤਾਂ ਹਰ ਕਾਉਂਸਲਰ ਆਪਣੇ ਲਈ ਸੋਚੇਗਾ, ਵੀ ਆਪਣੇ ਵਾਰਡ ਲਈ ਸੋਚੇਗਾ ਕਿ ਹਾਂ ਬਈ ਮੈਨੂੰ ਬੈਟਰ ਟੂ ਬੈਟਰ ਵਰਕ ਕਰਕੇ ਉਹਨਾਂ ਨੂੰ ਦਿਖਾਣਾ ਹੈ, ਅਤੇ ਪਰਫਾਰਮੈਂਸ ਲੈਣੀ ਹੈ, ਅੱਛੀ ਪਰਫਾਰਮੈਂਸ ਕਰਨੀ ਹੈ, ਅਤੇ ਬੇਸਿਕਲੀ ਅਵਾਰਡ ਤਾਂ ਹੋਏਗਾ ਹੀ ਹੋਏਗਾ, ਲੇਕਿਨ ਜਿਹੜਾ ਉਹਦੀ ਜਿਹੜੇ ਨਾਲ ਵਾਰਡ 'ਚ ਜਿਹੜੇ ਉਹਦੇ ਨਾਲ ਪਬਲਿਕ ਹੈਗੀ ਹੈ ਉਹ ਵੀ ਉਹਨੂੰ ਸਪੋਰਟ ਕਰੇਗੀ ਨਾ ਸਰ, ਜਦ ਉਹ ਅੱਛਾ ਕਰੇਗਾ ਜੀ। ਬਹੁਤ ਵਧੀਆ ਦੱਸਿਆ ਸ਼੍ਰੀ ਚੰਦਰ ਸ਼ੇਖਰ ਜੀ ਨੇ। ਮੇਰਾ ਅੰਤਿਮ ਸਵਾਲ ਚੰਦਰ ਸ਼ੇਖਰ ਜੀ ਤੁਹਾਡੇ ਕੋਲ ਇਹ ਹੈ ਕਿ ਅਸੀਂ ਦੇਖ ਰਹੇ ਹਾਂ ਜਿਵੇਂ ਐਜੂਕੇਸ਼ਨ ਵੱਧ ਰਹੀ ਹੈ, ਕਈ ਵਾਰੀ ਸਾਡੇ ਕਾਉਂਸਲਰਸ ਪ੍ਰੈਕਟੀਕਲੀ ਤੇ ਬਿਲਕੁਲ ਠੀਕ ਹੁੰਦੇ ਨੇ, ਉਹਨਾਂ ਨੂੰ ਆਪਣੇ ਵਾਰਡ ਦਾ, ਆਪਣੀਆਂ ਵੋਟਾਂ ਦਾ ਪੂਰਾ ਗਿਆਨ ਹੁੰਦਾ ਹੈ, ਪਰ ਕਿਵੇਂ ਕੰਮ ਕਰਾਇਆ ਜਾਵੇ, ਕਿਵੇਂ ਡਿਜੀਟਲਾਈਜੇਸ਼ਨ ਵੱਲ ਵਧਿਆ ਜਾਵੇ, ਕਾਉਂਸਲਰਸ ਕਈ ਵਾਰ ਲੈਕ ਆਫ ਐਜੂਕੇਸ਼ਨ ਕਰਦੇ ਨੇ। ਅਤੇ ਕਿਆ ਕਾਉਂਸਲਰਸ ਨੂੰ ਵੀ ਕਾਰਪੋਰੇਸ਼ਨ ਇੱਕ ਜ਼ਿੰਮਾ ਲਵੇ ਪੜ੍ਹਾਉਣ ਦਾ, ਥੋੜ੍ਹਾ ਜਿਹਾ ਉਹਨਾਂ ਨੂੰ ਅਪਡੇਟ ਕਰਨ ਦਾ? ਬਿਲਕੁਲ ਕਰਨਾ ਚਾਹੀਦਾ ਸਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬਿਲਕੁਲ। ਇਹ ਸੀਗੇ ਜੀ ਸਾਡੇ ਵਿੱਚ ਸ਼੍ਰੀ ਚੰਦਰ ਸ਼ੇਖਰ ਜੀ। ਮੈਂ ਹਾਂ ਗਰਾਊਂਡ ਜ਼ੀਰੋ ਤੋਂ KBC ਦੇ ਲਈ। ਚੰਦਰ ਸ਼ੇਖਰ ਜੀ ਤੁਹਾਡਾ ਬਹੁਤ ਧੰਨਵਾਦ। ਕੌਣ ਬਣੇਗਾ ਕਾਉਂਸਲਰ ਪ੍ਰੋਗਰਾਮ ਦੇ ਵਿੱਚ? ਓਕੇ ਜੀ, ਥੈਂਕ ਯੂ ਸਰ। ਕੀ ਤੁਹਾਡਾ ਸ਼ੁਭ ਨਾਮ ਹੈ ਜੀ? ਸੁਰਿੰਦਰ ਕੁਮਾਰ। ਸਾਡੇ ਵਿੱਚ ਸੁਰਿੰਦਰ ਜੀ ਸ਼ਾਮਿਲ ਹੋ ਚੁੱਕੇ ਨੇ। ਸੁਰਿੰਦਰ ਜੀ, ਕਾਉਂਸਲਰ ਇਲੈਕਸ਼ਨਸ ਆਉਣ ਵਾਲੇ ਨੇ, ਬਹੁਤ ਛੋਟੇ ਸਵਾਲ ਨੇ ਬਟ ਬਹੁਤ ਅਹਿਮ ਸਵਾਲ ਨੇ। ਇਹ ਸਵਾਲ ਇਹੋ ਜਿਹੇ ਨੇ ਜਿਹੜੀ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਨਾਲ ਟੱਚ ਹੁੰਦੇ ਨੇ। ਕਿਹੋ ਜਿਹਾ ਕਾਉਂਸਲਰ ਤੁਸੀਂ ਦੇਖਣਾ ਚਾਹੋਗੇ ਆਪਣੇ ਵਾਰਡ ਲਈ? ਸਰ ਹੋਣਹਾਰ ਹੋਵੇ, ਕਾਬਿਲ ਹੋਵੇ, ਜਿਹੜਾ ਬੰਦੇ ਦੇ ਮਤਲਬ ਕਿ ਪੂਰਾ ਸਪੋਰਟ ਕਰੇ, ਜੋ ਸਾਡਾ ਕੰਮ ਕਰੇ, ਜੋ ਵੀ ਹੈਗੇ ਸਾਡੀਆਂ ਨੀਡਸ ਹੈਗੀਆਂ ਉਹਨਾਂ ਨੂੰ ਮਤਲਬ ਪੂਰਾ ਕਰੇ, ਇੱਦਾਂ ਦਾ ਸਾਨੂੰ ਕਾਉਂਸਲਰ ਚਾਹੀਦੇ ਆ। ਬਹੁਤ ਹੀ ਸੰਖਿਪਤ ਸ਼ਬਦਾਂ ਦੇ ਵਿੱਚ ਭਾਈ ਸਾਹਿਬ ਨੇ ਦੱਸਿਆ ਕਿ ਕਾਉਂਸਲਰ ਕੰਮ ਕਰਨ ਵਾਲਾ ਹੋਵੇ,
ਕੌਂਸਲਰ ਨਿਡਰ ਹੋਵੇ, ਕੌਂਸਲਰ ਪੂਰੇ ਵਾਰਡ ਨੂੰ ਅਡਾਪਟ ਕਰੇ ਔਰ ਕੌਂਸਲਰ ਪੜ੍ਹਿਆ ਲਿਖਿਆ ਹੋਵੇ। ਜਿੱਦਾਂ ਸਮੇਂ ਪਰਿਵਰਤਿਤ ਹੁੰਦਾ ਜਾ ਰਿਹਾ ਹੈ, ਕਈ ਵਾਰੀ ਕੌਂਸਲਰਸ ਦੀ ਆਪਣੀ ਪ੍ਰੋਬਲਮ ਹੈ ਕਿ ਉਹ ਐਜੂਕੇਸ਼ਨਲੀ ਅਪਡੇਟ ਨਹੀਂ ਹੁੰਦੇ। ਕਿਆ ਕਾਰਪੋਰੇਸ਼ਨ ਨੂੰ ਉਹਨਾਂ ਦੀ ਪੜ੍ਹਾਈ ਨੂੰ, ਟੈਕਨੀਕਲ ਪੜ੍ਹਾਈ ਨੂੰ ਅਪਡੇਟ ਕਰਨ ਲਈ ਪੈਸਾ ਖਰਚ ਕਰਨਾ ਚਾਹੀਦਾ ਉਹਨਾਂ 'ਤੇ? ਹਾਂਜੀ ਬਿਲਕੁਲ ਬਿਲਕੁਲ ਖਰਚਾ ਕਰਨਾ ਚਾਹੀਦਾ। ਹਾਂਜੀ ਐਜੂਕੇਸ਼ਨ ਜ਼ਰੂਰੀ ਹੈ ਅੱਜ ਕੱਲ੍ਹ। ਜਿਵੇਂ ਡਿਜੀਟਲਾਈਜੇਸ਼ਨ, ਕੰਪਿਊਟਰਾਈਜੇਸ਼ਨ ਵੱਧ ਰਹੀ ਹੈ, ਸਾਰੇ ਕਾਉਂਸਲਰ, ਸਾਰੇ ਲੋਕ ਮੈਂ ਕਹਾਂਗਾ ਕਿ ਫੇਸਬੁੱਕ ਔਰ WhatsApp ਚਲਾਉਣ 'ਚ ਮਾਹਰ ਹੈ, ਪਰ ਵਾਰਡ ਦੀ ਕੋਈ ਟੈਕਨੀਕਲ ਨੌਲੇਜ ਲਈ ਮੈਂ ਤੁਹਾਡੇ ਕੋਲ ਸਵਾਲ ਪੁੱਛ ਰਿਹਾ ਕਿ ਉਹਨਾਂ ਦੀ ਕੋਈ ਅਪਡੇਸ਼ਨ, ਕੁਆਲੀਫਿਕੇਸ਼ਨ ਕੀਤੀ ਜਾਵੇ। ਹਾਂਜੀ ਜ਼ਰੂਰ ਕਰਨੀ ਚਾਹੀਦੀ ਹੈ ਵੈਸੇ ਅਪਡੇਸ਼ਨ ਤਾਂ ਜੀ। ਕਿਆ ਕਾਉਂਸਲਰਸ ਨੂੰ ਅਕਾਊਂਟੇਬਲ ਰੱਖਣ ਦੇ ਲਈ ਸਾਲ ਬਾਅਦ ਇਹੋ ਜਿਹਾ ਪ੍ਰੋਗਰਾਮ ਹੋਵੇ ਜਿਸ 'ਚ ਲੋਕ ਸਿੱਧੇ ਕਾਉਂਸਲਰ ਤੋਂ ਜਵਾਬ ਔਰ ਸਵਾਲ ਕਰ ਸਕਣ? ਹਾਂਜੀ ਫੇਸ ਟੂ ਫੇਸ ਵਧੀਆ ਹੈਗਾ, ਜਵਾਬ ਸਾਹਮਣੇ ਹੋ ਜਾਂਦਾ, ਜੋ ਬੰਦਾ ਨੀਡਸ ਹੁੰਦੀ ਉਹ ਪੁੱਛ ਲੈਂਦਾ ਬੰਦਾ, ਉਹਦੇ ਅਕੋਰਡਿੰਗ ਬੰਦਾ ਜਵਾਬ ਦੇਣਾ ਸਹੀ ਹੋ ਜਾਂਦਾ ਫੇਸ ਟੂ ਫੇਸ। ਸਾਡੇ ਵੀਰ ਜੀ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਕਿ ਕਾਉਂਸਲਰ ਨੂੰ ਫੇਸ ਟੂ ਫੇਸ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਔਰ ਸਾਲ 'ਚ ਕੁਛ ਨਾ ਕੁਛ ਇੱਦਾਂ ਦਾ ਪ੍ਰੋਗਰਾਮ ਹੋਵੇ ਜਿਹਦੇ ਵਿੱਚ ਵਾਰਡ ਦੇ ਲੋਕ ਨਿਡਰਤਾ ਦੇ ਨਾਲ ਆਪਣੇ ਕੁਐਸਚਨ ਪੁੱਛ ਸਕਣ। ਮੇਰਾ ਅੰਤਿਮ ਸਵਾਲ ਤੁਹਾਡੇ ਤੋਂ ਇਹ ਹੈ ਜੀ, ਤੁਸੀਂ ਬਿਲਕੁਲ ਯੰਗ ਹੋ, ਕਿਆ ਕੋਈ ਏਜ ਬਾਰ, ਏਜ ਲਿਮਿਟ ਵੀ ਲਾਈ ਜਾਵੇ ਕਾਉਂਸਲਰਸ ਦੇ ਉੱਤੇ? ਮਤਲਬ ਜਿਹੜੇ ਵੱਡੀ ਉਮਰਾਂ ਦੇ ਹੋ ਚੁੱਕੇ ਨੇ ਉਹਨਾਂ ਨੂੰ ਰਿਟਾਇਰ ਕੀਤਾ ਜਾਵੇ ਔਰ ਯੰਗ ਜਿਹੜੇ ਲੜਕੇ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ? ਵੈਸੇ ਤਾਂ ਯੰਗਰ ਏਜ ਅੱਛੀ ਹੈ, ਵੈਸੇ ਐਜੂਕੇਸ਼ਨ ਹੋਣਾ ਚਾਹੀਦਾ ਬੰਦਾ, ਜੋ ਵੀ ਸਾਡੇ ਕਾਉਂਸਲਰ ਹੈਗੇ ਆ, ਬਸ ਇਹੀ ਹੈਗਾ। ਇਹ ਮੇਰੇ ਵੀਰ ਯੰਗ ਕਾਉਂਸਲਰ ਦੀ ਵਕਾਲਤ ਕਰ ਰਹੇ ਨੇ, ਕਿਉਂਕਿ ਇਹ ਗੱਲ ਨਹੀਂ ਹੈ ਕਿ ਸਾਡੇ ਜਿਹੜੇ ਏਜਡ ਕਾਉਂਸਲਰ ਨੇ ਉਹਨਾਂ ਨੂੰ ਕੁਝ ਪਤਾ ਨਹੀਂ। ਸਰੀਰਕ ਜਿਹੜੀ ਮੂਵਮੈਂਟ ਹੈ, ਹਲਚਲ ਹੈ, ਨੱਠ ਭੱਜ ਹੈ, ਉਹ ਯੰਗ ਕਾਉਂਸਲਰ ਕੰਪੇਅਰਿੰਗ ਵਿਦ 올ਡ ਏਜ ਕਾਉਂਸਲਰ ਤੋਂ ਜ਼ਿਆਦਾ ਕਰ ਸਕਦਾ ਹੈ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ KBC ਦੇ ਉੱਤੇ ਆਉਣ ਲਈ, KBC ਦੇ ਦਰਸ਼ਕਾਂ ਵੱਲੋਂ ਔਰ KBC ਦੀ ਪੂਰੀ ਟੀਮ ਵੱਲੋਂ। ਠੀਕ ਹੈ ਸਰ, ਥੈਂਕ ਯੂ। ਪ੍ਰੋਗਰਾਮ ਮੈਂ ਗਰਾਊਂਡ ਜ਼ੀਰੋ ਤੋਂ ਇਸ ਵੇਲੇ ਸ਼੍ਰੀ ਜਗਦੀਸ਼ ਚੰਦਰ ਜੀ ਦੇ ਨਾਲ ਖੜਾ ਹੈ। ਇਹ ਸਾਡੇ ਭਾਈ ਸਾਹਿਬ ਕਮਾਲਪੁਰ ਤੋਂ ਬਿਲੋਂਗ ਕਰਦੇ ਨੇ, ਤਾਂ ਮੈਂ ਇਹਨਾਂ ਕੋਲ ਕੁਛ ਬੜੇ ਹੀ ਛੋਟੇ ਛੋਟੇ ਕੁਐਸਚਨ ਪੁੱਛਾਂਗਾ। ਜਗਦੀਸ਼ ਜੀ, ਆਉਣ ਵਾਲਾ ਟਾਈਮ ਜਿਹੜਾ ਹੈਗਾ ਇਲੈਕਸ਼ਨਾਂ ਦਾ ਟਾਈਮ ਹੈ, ਕਿਹੋ ਜਿਹਾ ਕਾਉਂਸਲਰ ਚਾਹੁੰਦੇ ਹੋ ਤੁਸੀਂ ਆਪਣੇ ਵਾਰਡ 'ਚ? ਖਰਾ ਹੋਵੇ ਜੀ, ਵਧੀਆ, ਜਿਹੜਾ ਸਾਰਿਆਂ ਦੇ ਕੰਮ ਕਰੇ, ਸਾਰੇ ਮੁਹੱਲੇ ਦਾ ਕੰਮ ਕਰੇ, ਇੱਕ ਦੋ ਦੇ ਨਹੀਂ, ਜਿਹੜਾ ਵੀ ਆਵੇ ਕੰਮ ਕਰਾਉਣ, ਖੁਸ਼ ਹੋ ਕੇ ਕਰ ਦੇਣ। ਬਹੁਤ ਵਧੀਆ ਸੁਨੇਹਾ ਦਿੱਤਾ ਕਿ ਕਾਉਂਸਲਰ ਨੂੰ ਖੁਸ਼ੀ ਖੁਸ਼ੀ ਹਰ ਘਰ ਦਾ ਕੰਮ ਕਰਨਾ ਚਾਹੀਦਾ ਹੈ, ਉਹਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਮੈਨੂੰ ਇਹਨੇ ਵੋਟ ਪਾਇਆ ਜਾਂ ਨਹੀਂ ਪਾਇਆ। ਜਗਦੀਸ਼ ਜੀ, ਮੇਰਾ ਅਗਲਾ ਸਵਾਲ ਇਹ ਹੈਗਾ ਕਿ ਜਨਰਲੀ ਇਲੈਕਸ਼ਨਾਂ ਦੇ ਦੌਰਾਨ ਹੀ ਕਾਉਂਸਲਰਾਂ ਦੇ ਚਿਹਰੇ ਦੇਖਣ ਨੂੰ ਮਿਲਦੇ ਨੇ ਤੇ ਬਾਅਦ 'ਚੋਂ ਉਹਨਾਂ ਦੇ ਚਿਹਰੇ ਨਦਾਰਦ ਹੋ ਜਾਂਦੇ ਨੇ। ਇਹੋ ਜਿਹੇ ਕਾਉਂਸਲਰਸ ਨੂੰ ਤੁਸੀਂ ਕੀ ਇੱਕ ਸੁਨੇਹਾ, ਪਿਆਰ ਭਰਿਆ ਸੁਨੇਹਾ ਦੇਣਾ ਚਾਹੋਗੇ? ਅਸੀਂ ਇਹ ਕਹਿੰਦੇ ਜਿਹੜਾ ਹਰ ਵੇਲੇ ਅੱਗੇ ਜਾਂਦਿਆਂ ਨੂੰ ਮਿਲ ਪਵੇ, ਸਭ ਲੋਕਾਂ ਦੇ ਕੰਮ ਕਰੇ, ਖੁਸ਼ੀ ਖੁਸ਼ੀ ਸਭ ਦੇ ਕੰਮ ਹੋਊਗੇ ਤਾਂ ਅਗਲੇ ਵੋਟਾਂ ਸਾਰੇ ਹੀ ਪਾਓਗੇ। ਜੇ ਕਿਸੇ ਨੂੰ ਮਿਲਣਾ ਨਹੀਂ ਤਾਂ ਉਹਨਾਂ ਨੇ ਵੋਟਾਂ ਕਿੱਥੋਂ ਪਾਉਣੀਆਂ, ਜਿਹਨਾਂ ਦਾ ਕੰਮ ਹੀ ਨਹੀਂ ਹੋਣਾ। ਬਹੁਤ ਵਧੀਆ ਸਲਾਹ ਦਿੱਤੀ ਜਗਦੀਸ਼ ਜੀ ਨੇ। ਇਹ ਸਾਡੇ ਐਕਸਪੀਰੀਅੰਸ ਵੋਟਰ ਨੇ, ਐਕਸਪੀਰੀਅੰਸ ਸਿਟੀਜ਼ਨ ਨੇ। ਹਰ ਕਾਉਂਸਲਰ ਨੂੰ ਖਿੜੇ ਮੱਥੇ ਲੋਕਾਂ ਦਾ ਕੰਮ ਕਰਨਾ ਚਾਹੀਦਾ ਹੈ। ਜਗਦੀਸ਼ ਜੀ, ਮੇਰਾ ਇੱਕ ਸਵਾਲ ਹੋਰ ਤੁਹਾਡੇ ਤੋਂ ਛੋਟਾ ਜਿਹਾ ਇਹ ਹੈ ਕਿ ਜਰਨਲੀ ਅਸੀਂ ਇਹ ਦੇਖਦੇ ਹਾਂ ਕਿ ਕਾਉਂਸਲਰ ਨੂੰ ਅਸੀਂ ਆਪਣਾ ਕੰਮ ਕਹਿੰਦੇ ਹਾਂ ਤਾਂ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਦਾ। ਕਿ ਸਾਲ ਬਾਅਦ ਵਾਰਡ ਦੇ ਵਿੱਚ ਇਹੋ ਜਿਹੀ ਕੋਈ ਮੀਟਿੰਗ ਸੱਦੀ ਜਾਵੇ ਜਿੱਥੇ ਹਰ ਆਦਮੀ ਖੁੱਲ੍ਹ ਕੇ ਆਪਣੇ ਕੰਮ ਦੇ ਬਾਰੇ ਪੁੱਛ ਸਕੇ? ਹਾਂਜੀ ਹਾਂਜੀ, ਬਿਲਕੁਲ, ਸਾਰਿਆਂ ਨੂੰ ਸੱਦ ਕੇ ਬੁਲਾਉਣਾ ਚਾਹੀਦਾ ਵਾ, ਪੁੱਛਣਾ ਚਾਹੀਦਾ ਤੁਹਾਨੂੰ ਕੀ ਚੀਜ਼ ਚਾਹੀਦੀ ਹੈ, ਉਹਦੀ ਸਭ ਦਾ ਸਵਾਲ ਪੂਰਾ ਕਰਨਾ ਚਾਹੀਦਾ ਵਾ। ਉਸੇ ਮੈਂਬਰ ਦਾ ਫਾਇਦਾ ਵਾ, ਜਿਹੜਾ ਅਗਲੇ ਸੁਣੇ ਹੀ ਨਾ ਉਹਦਾ ਫਾਇਦਾ ਵੀ ਕਾਹਦਾ ਵਾ। ਜੇ ਗੱਲੇ ਨਹੀਂ ਸੁਣਨੀ ਤਾਂ ਉਹਨੂੰ ਵੋਟ ਵੀ ਕਿਹਨੇ ਲੈਣੀ ਹੈ? ਹਾਂਜੀ, ਬਹੁਤ ਛੋਟੇ ਛੋਟੇ ਸਵਾਲ ਨੇ, ਛੋਟੇ ਛੋਟੇ ਜਵਾਬ ਨੇ। ਕੰਮ ਕਰਨਾ ਚਾਹੀਦਾ ਹੈ ਪਿਆਰ ਨਾਲ, ਵਾਰਡ ਦੇ ਹਰ ਬੰਦੇ ਨੂੰ ਸੁਣਨਾ ਚਾਹੀਦਾ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਕਾਉਂਸਲਰ ਅਗਰ ਇੱਦਾਂ ਕਰੇ ਤਾਂ ਉਹਨੂੰ ਵੋਟਾਂ ਦਾ, ਇਲੈਕਸ਼ਨ ਦਾ ਫਿਕਰ ਹੋਵੇ, ਆਪਣੇ ਆਪ ਹੀ ਉਹ ਪੌੜੀ ਦਰ ਪੌੜੀ ਚੜ੍ਹਦਾ ਜਾਊਗਾ। ਮੇਰਾ ਅੰਤਿਮ ਸਵਾਲ ਇਹ ਹੈਗਾ ਕਿ ਜਿਵੇਂ ਸਾਡੇ ਕਾਰਪੋਰੇਸ਼ਨ ਦੇ ਵਿੱਚ ਮਹਿਲਾਵਾਂ ਦੀ ਗਿਣਤੀ ਵੱਧ ਰਹੀ ਹੈ, ਕਿਆ ਮਹਿਲਾਵਾਂ ਨੂੰ ਹੋਰ ਭਾਗੀਦਾਰ ਬਣਾਇਆ ਜਾਵੇ? ਹਾਂਜੀ ਹਾਂਜੀ, ਹੋਰ ਬਣਾਇਆ ਜਾਵੇ। ਸਮਾਂ ਤਾਂ ਜਿੰਨੇ ਵੀ ਹੋਣਗੇ ਉਨੇ ਹੀ ਖਰੇ ਆ। ਬਸ ਠੀਕ ਹੈ।
ਬਹੁਤ ਵਧੀਆ ਦੱਸਿਆ ਜੀ ਕਿ ਮਹਿਲਾਵਾਂ ਦੀ ਭਾਗੀਦਾਰੀ ਵਧਾਈ ਜਾਵੇ। ਜਿੰਨੀਆਂ ਮਹਿਲਾਵਾਂ ਸਾਡੇ ਕਾਰਜ ਖੇਤਰ 'ਚ ਆਉਣਗੀਆਂ ਉਨਾ ਹੀ ਸਮਾਜ ਨੂੰ ਬਲ ਮਿਲੇਗਾ ਔਰ ਤਰੱਕੀ ਵੱਲ ਆਪਾਂ ਵੱਧ ਸਕਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ। KBC ਦੇ ਲਈ ਕੌਣ ਬਣੇਗਾ ਕੌਂਸਲਰ ਪ੍ਰੋਗਰਾਮ। ਵੈਲਕਮ ਟੂ KBC ਸਰ। ਕੀ ਤੁਹਾਡਾ ਸ਼ੁਭ ਨਾਮ ਹੈ ਜੀ? ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਰਣਜੀਤ ਜੀ, ਚੁਣਾਵੀ ਮਾਹੌਲ ਬਣਨਾ ਸ਼ੁਰੂ ਹੋ ਚੁੱਕਾ ਹੈ। ਵੈਸੇ ਤਾਂ ਸਾਡੇ ਦੇਸ਼ 'ਚ ਹਰ ਵੇਲੇ ਹੀ ਚੁਣਾਵ ਰਹਿੰਦੇ ਹੈ, ਕਦੀ MP, ਕਦੀ MLA, ਕਦੀ ਕਾਰਪੋਰੇਸ਼ਨ, ਪਰ ਇਹ ਚੁਣਾਵ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੀ ਹੁਸ਼ਿਆਰਪੁਰ ਦੀ ਡਾਇਰੈਕਟ ਡਿਵੈਲਪਮੈਂਟ ਇਹਦੇ ਵਿੱਚ ਇਨਵੋਲਵ ਹੈ। ਸਰ, ਕਿਹੋ ਜਿਹਾ ਕਾਉਂਸਲਰ ਦੇਖਣਾ ਚਾਹੋਗੇ ਤੁਸੀਂ ਆਪਣੇ ਵਾਰਡ 'ਚ? ਦੇਖੋ ਜੀ, ਕਾਉਂਸਲਰ ਤੇ ਜਿਹੜਾ ਬੰਦਾ ਵਧੀਆ ਕੰਮ ਕਰੇ ਸ਼ਹਿਰ ਵਾਸਤੇ ਉਹੀ ਬੰਦਾ ਚਾਹੀਦਾ ਜੀ। ਉਹੀ ਬੰਦਾ ਚਾਹੀਦਾ। ਉਹੀ ਬੰਦਾ ਚਾਹੀਦਾ। ਬਾਕੀ ਡਿਵੈਲਪਮੈਂਟ ਕੋਈ ਖਾਸ ਹੋਈ ਨਹੀਂ ਹੁਸ਼ਿਆਰਪੁਰ। ਸੜਕਾਂ ਦਾ ਬਹੁਤ ਬੁਰਾ ਹਾਲ ਹੈ, ਕੋਈ ਸੜਕਾਂ ਨਹੀਂ ਹੈ। ਜਿੱਧਰ ਮਰਜ਼ੀ ਚਲੇ ਜਾਓ ਸੜਕਾਂ ਪੱਟ ਕੇ ਸੁੱਟ ਦਿੰਦੇ, ਬਣਾਉਣ ਦਾ ਬਾਅਦ 'ਚ ਨਾਂ ਨਹੀਂ ਰੱਖਦੇ। ਸਰ, ਤੁਹਾਡੇ ਸਵਾਲ ਦੇ ਵਿੱਚੋਂ ਇੱਕ ਸਵਾਲ ਨਿਕਲਦਾ ਹੈ ਕਿ ਕਿਆ ਕਾਉਂਸਲਰਸ ਦੀ ਕਾਰਗੁਜ਼ਾਰੀ ਫਿਕਸ ਕਰਨ ਦੇ ਲਈ ਕੋਈ 6 ਮਹੀਨੇ ਬਾਅਦ ਜਾਂ ਸਾਲ ਬਾਅਦ ਇਹੋ ਜਿਹਾ ਪ੍ਰੋਗਰਾਮ ਆਪਾਂ ਕਰੀਏ ਜਿਹ 'ਚ ਕਾਉਂਸਲਰ ਜਵਾਬਦੇਹ ਹੋਵੇ ਔਰ ਲੋਕਾਂ ਨੂੰ ਸਾਹਮਣੇ ਰੂਬਰੂ ਹੋ ਕੇ ਦੱਸੇ? ਇਸ ਤਰ੍ਹਾਂ ਜੀ, ਜਿੱਦਾਂ ਇਹਨਾਂ ਦੇ ਫੈਸਟੀਵਲ ਦੱਸਦੇ ਆ, ਜਦੋਂ ਇਲੈਕਸ਼ਨ ਹੁੰਦੀ ਆ ਉਹਦੇ ਵਿੱਚ ਇਹ ਵਾਅਦੇ ਕਰਦੇ ਆ ਵੀ ਅਸੀਂ ਇਹ ਕੰਮ ਕਰਾਵਾਂਗੇ। ਉਹ ਜਿਹੜਾ ਫੈਸਟੀਵਲ ਹੈ ਉਹ ਲਿਖਤੀ ਰੂਪ ਦੇ ਵਿੱਚ ਇਹਨਾਂ ਦਾ ਹੋਣਾ ਚਾਹੀਦਾ, ਜਿਹਦੇ ਵਿੱਚ ਬਾਅਦ 'ਚ ਜਨਤਾ ਜਵਾਬ ਮੰਗ ਸਕੇ। ਜਰਨਲੀ 5 ਸਾਲ ਦਾ ਵਕਫਾ ਬਹੁਤ ਵੱਡਾ ਵਕਫਾ ਹੈ। ਇਹਨਾਂ ਦੀ ਅਕਾਊਂਟੇਬਿਲਿਟੀ ਫਿਕਸ ਕਰਨ ਦੇ ਲਈ ਕਿਆ ਵਿੱਚ ਮਿਡ ਟਰਮ ਜਾਂ ਕੋਈ ਸਾਲ ਬਾਅਦ ਇਹੋ ਜਿਹਾ ਪ੍ਰੋਗਰਾਮ ਹੋਵੇ ਜਿੱਥੇ ਆਮਨੇ ਸਾਹਮਣੇ ਵਾਰਡ ਦਾ ਵੋਟਰ ਵਾਰਡ ਦੇ ਕਾਉਂਸਲਰ ਨੂੰ ਸਵਾਲ ਔਰ ਜਵਾਬ ਕਰ ਸਕੇ? ਬਿਲਕੁਲ ਜੀ, ਇੱਦਾਂ ਬਿਲਕੁਲ ਚਾਹੀਦਾ ਹੈ। ਕੋਈ ਵੀ ਪ੍ਰੋਬਲਮ ਵਾਰਡ ਦੇ ਵਿੱਚ ਆਉਂਦੀ ਹੈ ਤੇ ਉਹ ਮਤਲਬ ਕਿ ਉੱਦਾਂ ਤੇ ਕਿੱਥੇ ਦਫ਼ਤਰਾਂ ਦੇ ਵਿੱਚ ਜਾਇਆ ਜਾਂਦਾ, ਪਹਿਲੀ ਤੇ ਗੱਲ ਮਿਲਦਾ ਹੀ ਨਹੀਂ ਹੈ। ਦੂਸਰਾ ਇਹ ਹੈ ਵੀ ਜੇ ਇੱਦਾਂ ਦਾ ਪ੍ਰੋਗਰਾਮ ਹੋ ਜਾਵੇ ਜਿੱਥੇ ਸਾਰੇ ਲੋਕ ਇਕੱਠੇ ਹੋ ਕੇ ਆਪਣੀ ਪ੍ਰੋਬਲਮ ਦੱਸ ਸਕਣ ਤੇ ਉਹਨਾਂ ਦੀ ਮੇਰਾ ਖਿਆਲ ਵੀ ਪ੍ਰੋਬਲਮ ਦਾ ਹੱਲ ਹੋ ਸਕਦਾ। ਬਹੁਤ ਵਧੀਆ ਜਵਾਬ ਦਿੱਤਾ ਕਿ ਕਾਉਂਸਲਰ ਜਨਰਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਵਾਰਡ ਦੇ ਵਿੱਚ ਨਦਾਰਦ ਹੋ ਜਾਂਦੇ ਨੇ ਔਰ ਜਿਵੇਂ ਹੀ ਕੁੰਭ ਦਾ ਮੇਲਾ 5 ਸਾਲ ਬਾਅਦ ਦੁਬਾਰਾ ਲੱਗਣ ਲੱਗਦਾ ਹੈ ਤੇ ਕਾਉਂਸਲਰਾਂ ਦੀ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਮੈਂ ਇੱਕ ਸਰ ਤੁਹਾਨੂੰ ਹੋਰ ਸਵਾਲ ਪੁੱਛਣਾ ਚਾਹਾਂਗਾ ਕਿ ਆਪਣਾ ਜਿਹੜੇ ਨਾਨ ਪਰਫਾਰਮਰ ਕਾਉਂਸਲਰ ਨੇ, ਜਿਵੇਂ ਜਿਵੇਂ ਟਾਈਮ ਵੱਧਦਾ ਜਾ ਰਿਹਾ ਹੈ, ਨਾਨ ਪਰਫਾਰਮਰ ਕਾਉਂਸਲਰ ਦੀ ਵਿੱਚ ਟਰਮ ਕੈਂਸਲ ਕੀਤੀ ਜਾਵੇ? ਉਹ ਤੇ ਫਿਰ ਸਰ ਐਕਚੁਅਲੀ ਹੋਣਾ ਹੀ ਚਾਹੀਦਾ ਹੈ। ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਫਿਰ ਅੱਗੇ ਆਉਣ ਦਾ ਕੋਈ ਹੱਕ ਨਹੀਂ, ਕਿਉਂਕਿ ਕੰਮ ਦੇ ਬੇਸ ਦੇ ਉੱਤੇ ਹੀ ਲੋਕ ਉਹਨਾਂ ਨੂੰ ਚੁਣਦੇ ਆ ਵੀ ਸਾਡਾ ਕੰਮ ਹੋਏਗਾ। ਜੇ ਕੰਮ ਹੀ ਨਹੀਂ ਹੋਣਾ ਤੇ ਫਿਰ ਇਹੋ ਜਿਹੇ ਲੋਕਾਂ ਨੂੰ ਚੁਣਨ ਦਾ ਫਾਇਦਾ ਕੋਈ ਨਹੀਂ। ਬਹੁਤ ਹੀ ਵਧੀਆ ਜਵਾਬ ਦਿੱਤਾ। ਜਿਵੇਂ ਕਿ ਆਪਾਂ ਦੇਖਦੇ ਹਾਂ ਖੇਡ ਜਗਤ ਦੇ ਵਿੱਚ ਕੋਈ ਖਿਲਾੜੀ ਪਰਫਾਰਮ ਨਹੀਂ ਕਰਦਾ, ਕ੍ਰਿਕਟ ਟੀਮ ਔਰ ਹਾਕੀ ਟੀਮ 'ਚ ਨਵੇਂ ਬੰਦੇ ਨੂੰ ਮੌਕਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਅਗਰ ਕੋਈ ਕਾਉਂਸਲਰ ਪਰਫਾਰਮ ਨਹੀਂ ਕਰਦਾ ਹੈ ਤੇ ਇੱਕ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਹੈ। ਸਰ, ਜਿਵੇਂ ਜਿਵੇਂ ਟਾਈਮ ਵੱਧ ਰਿਹਾ ਹੈ ਅੱਗੇ, ਕਿਆ ਮਿਊਨਿਸਪਲ ਕਾਰਪੋਰੇਸ਼ਨ ਡਿਜੀਟਲਾਈਜ਼ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਬਈ ਖਾਤਿਆਂ ਦਾ ਸਾਨੂੰ ਜਨਤਾ ਨੂੰ ਪੂਰਾ ਹਿਸਾਬ ਹੋਵੇ? ਬਿਲਕੁਲ ਸਰ, ਅੱਜ ਕੱਲ੍ਹ ਡਿਜੀਟਲ ਯੁੱਗ ਆ ਗਿਆ ਹੈ, ਇਸ ਕਰਕੇ ਮੇਰਾ ਖਿਆਲ ਵੀ ਉਹਨਾਂ ਦਾ ਵੀ ਸਾਰਾ ਡਿਜੀਟਲ ਹੀ ਹੋਣਾ ਚਾਹੀਦਾ ਕੰਮ। ਡਿਜੀਟਲ ਹੀ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਸਰ, ਕਿਆ ਕੋਈ ਇਹੋ ਜਿਹੀ ਵੈਬਸਾਈਟ ਲਾਂਚ ਹੋਵੇ ਜਿੱਥੇ ਵਾਰਡ ਦਾ ਬਛਿੰਦਾ ਆਪਣੇ ਕੈਮਰੇ ਤੋਂ ਫੋਟੋ ਖਿੱਚ ਕੇ ਉਸ ਸਾਈਟ ਤੇ ਅਪਲੋਡ ਕਰ ਸਕੇ ਔਰ ਕਾਉਂਸਲਰ ਨੂੰ ਨਾਲ ਦੀ ਨਾਲ ਉਹ ਫੋਟੋ ਭੇਜ ਸਕੇ ਤਾਂ ਕਿ ਜਿਹੜੀ ਜਵਾਬਦੇਹੀ ਆ ਹੋਰ ਵਧੀਆ ਢੰਗ ਨਾਲ ਨਿਰਧਾਰਿਤ ਕੀਤੀ ਜਾਵੇ? ਸਰ, ਅੱਜ ਕੱਲ੍ਹ ਇਲੈਕਟ੍ਰੋਨਿਕ ਯੁੱਗ ਹੈ, ਤੁਹਾਨੂੰ ਪਤਾ ਸਾਰੇ ਪਾਸੇ ਵੈਬਸਾਈਟ ਚੱਲਦੀ ਹੈ। ਜੇ ਮਤਲਬ ਕਿ ਲੋਕਾਂ ਦੀ ਸਹੂਲਤ ਵੱਲ ਤੇ ਇਹੋ ਜਿਹੀ ਖੁੱਲ੍ਹ ਜਾਵੇ ਤੇ ਬਹੁਤ ਵਧੀਆ ਗੱਲ ਹੈ। ਸਾਡੇ ਭਾਈ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਐਕਸਪਲੇਨ ਕੀਤਾ ਕਿ ਇਸ ਮਾਡਰਨ ਯੁੱਗ ਦੇ ਵਿੱਚ ਜਿੰਨਾ ਬੰਦਾ ਅਕਾਊਂਟੇਬਲ ਹੈਗਾ ਸਰਕਾਰ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਉੱਦਾਂ ਹੀ ਜਿਹੜੇ ਸਾਡੇ ਕਾਉਂਸਲਰ ਹੈ ਉਹਨਾਂ ਨੂੰ ਹੋਰ ਅਕਾਊਂਟੇਬਲ ਬਣਾਇਆ ਜਾਵੇ। ਸਰ, ਮੇਰਾ ਲਾਸਟ ਸਵਾਲ ਤੁਹਾਡੇ ਤੋਂ ਇਹ ਹੈਗਾ ਕਿ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੇ ਲਈ ਤੁਸੀਂ ਕੀ ਹੋਰ ਸੁਝਾਅ ਦਿੰਦੇ ਆ? ਮਹਿਲਾਵਾਂ ਦੀ ਭਾਗੀਦਾਰੀ ਤੇ ਇਹਨਾਂ ਦੇ ਪਰਸੈਂਟੇਜ ਦੇ ਹਿਸਾਬ ਨਾਲ ਹੀ ਹੁੰਦੀ ਆ, ਆਪਾਂ ਉਹਦੇ ਵਿੱਚ ਨਹੀਂ ਕੁਝ ਕਰ ਸਕਦੇ। ਜਿਵੇਂ 50-50 ਦੇ ਰੇਸ਼ੋ ਦੇ ਵਿੱਚ ਹੁਣ ਇਸ ਵੇਲੇ ਅਸੀਂ ਖੜੇ ਹਾਂ, 50% ਵੂਮਨਸ ਨੇ, 50% ਮੈਨਸ ਨੇ, ਤੇ ਕਿਆ ਅਸੀਂ ਵੂਮਨਸ ਨੂੰ ਹੋਰ ਐਕਟਿਵ ਕਰ ਸਕਦੇ ਹਾਂ ਸਮਾਜਿਕ ਕਾਰਿਆ ਕਰਨ ਦੇ ਲਈ? ਐਕਟਿਵ ਕਰ ਸਕਦੇ ਹਾਂ, ਪਰ ਵੂਮਨ ਐਜੂਕੇਟਡ ਹੋਣੀਆਂ ਚਾਹੀਦੀਆਂ।
ਵੂਮਨ ਐਜੂਕੇਟਡ ਮਤਲਬ ਕਿ ਹੁਣ ਕਈ ਵਾਰੀ ਇਹੋ ਜਿਹਾ ਟੀਵੀ ਤੇ ਵੀ ਪ੍ਰੋਗਰਾਮ ਦੇਖੀਦੇ ਆ, ਉਹ ਕਹਿ ਦਿੰਦੇ ਆ ਵੀ ਅਸੀਂ ਫੈਸਲਾ ਤੇ ਕਰ ਲਿਆ ਆ ਪਰ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ। ਜੇ ਕੋਈ ਪੜ੍ਹੀ ਲਿਖੀ ਲੇਡੀਜ਼ ਹੋਏਗੀ ਉਹਨੂੰ ਘੱਟੋ ਘੱਟ ਉਸ ਚੀਜ਼ ਬਾਰੇ ਨੌਲੇਜ ਤੇ ਹੋਏਗੀ, ਉਹ ਦੱਸਣ ਵਾਲੀ ਬਣੇਗੀ ਵੀ ਮੈਂ ਆਹ ਫੈਸਲਾ ਇਸ ਕੰਮ ਕਰਕੇ। ਸਰ ਮੇਰਾ ਇੱਕ ਸਵਾਲ ਹੋਰ ਹੈ ਕਿ ਸਾਡਾ ਬਹੁਤ ਸਾਰਾ ਫੰਡ ਸੈਸ ਦੇ ਰੂਪ ਦੇ ਵਿੱਚ ਕਾਰਪੋਰੇਸ਼ਨ ਕੋਲ ਜਾਂਦਾ ਹੈ, ਪਰ ਅਸੀਂ ਅਮੂਮਨ ਇਹ ਦੇਖਿਆ ਹੈ ਕਿ ਅਵਾਰਾ ਬੇਜ਼ੁਬਾਨ ਜਿਹੜੇ ਪਸ਼ੂ ਹੈ ਉਹ ਸੜਕਾਂ 'ਚ ਘੁੰਮਦੇ ਹੈ। ਕੁਝ ਲੋਕ ਬਹੁਤ ਵਧੀਆ ਚੈਰਿਟੀ ਕਰਦੇ ਆ, ਉਹਨਾਂ ਨੂੰ ਚਾਰਾ ਔਰ ਰੋਟੀ ਪਾਉਂਦੇ ਆ, ਪਰ ਉਹ ਵਿਚਾਰੇ ਜਿਹੜੇ ਜਾਨਵਰ ਹੈ ਕਈ ਵਾਰੀ ਐਕਸੀਡੈਂਟ ਦਾ ਕਾਰਨ ਵੀ ਬਣ ਜਾਂਦੇ ਆ। ਸੈਸ ਲੈਣ ਤੋਂ ਬਾਅਦ ਕਾਰਪੋਰੇਸ਼ਨਾਂ ਮੂਕ ਦਰਸ਼ਕ ਬਣੀਆਂ ਰਹਿੰਦੀਆਂ, ਕੌਂਸਲਰ ਮੂਕ ਦਰਸ਼ਕ ਬਣੇ ਰਹਿੰਦੇ ਆ, ਕੋਈ ਵੀ ਜਵਾਬ ਦਿੰਦੇ ਨਹੀਂ। ਇਹਨਾਂ ਦੀ ਜਵਾਬਦੇਹੀ ਇਹਦੇ ਉੱਤੇ ਤੈਅ ਕੀਤੀ ਜਾਵੇ। ਬਿਲਕੁਲ ਤੈਅ ਕੀਤੀ ਜਾਵੇ, ਕਿਉਂਕਿ ਦੇਖੋ ਜੀ ਜਿਸ ਕਿਸੇ ਬੰਦੇ ਦਾ ਨੁਕਸਾਨ ਹੋ ਜਾਂਦਾ ਉਹਦੀ ਭਰਪਾਈ ਤੇ ਕਰਨੀ ਚਾਹੀਦੀ ਸਰਕਾਰ। ਜਦ ਕਿ ਸਾਡੇ ਕੋਲ ਪੂਰਾ ਸੈਸ ਲਿਆ ਜਾਂਦਾ ਹੈ, ਸੈਸ ਲਿਆ ਜਾਂਦਾ ਹੈ। ਇਹਨਾਂ ਨੂੰ ਚਾਹੀਦਾ ਵੀ ਉਹਨਾਂ ਦਾ ਜਿਹੜੇ ਆਮ ਬਣੀਆਂ ਆਪਣੀਆਂ ਗਊਸ਼ਾਲਾ ਵਗੈਰਾ ਉਹਨਾਂ ਦੇ ਵਿੱਚ ਉਹਨਾਂ ਨੂੰ ਰੱਖਣਾ ਚਾਹੀਦਾ। ਇੰਨੇ ਜ਼ੋਰ ਵਾਲੇ ਹੁੰਦੇ ਆ ਉਹ, ਅਸੀਂ ਦੇਖਿਆ ਨਹੀਂ, ਗੱਡੀਆਂ ਪਲਟਾ ਦਿੰਦੇ। ਮੇਰੇ ਸਾਹਮਣੇ ਇੱਕ ਮੈਂ ਦੇਖਿਆ ਨਵੀਂ ਗੱਡੀ ਬੰਦਾ ਲੈ ਕੇ ਆਇਆ, ਮੇਰਾ ਖਿਆਲ 10 ਕੁ ਦਿਨ ਹੋਏ ਸੀਗੇ, ਸਿਵਲ ਹਸਪੀਟਲ ਦੇ ਸਾਹਮਣੇ ਲੱਗੀ। ਉਹ 2 ਜਾਨਵਰ ਲੜਦੇ ਲੜਦੇ ਆਏ, ਉਹਨਾਂ ਨੇ ਨਵੀਂ ਗੱਡੀ ਡੰਡ ਲਾ ਕੇ ਰੱਖ ਦਿੱਤੀ। ਬਹੁਤ ਵਧੀਆ ਢੰਗ ਨਾਲ ਦੱਸਿਆ ਕਿ ਇਹ ਜਾਨਵਰ ਜਦ ਕਿ ਉਹ ਵਿਚਾਰੇ ਬੇਜ਼ੁਬਾਨ ਹੈ, ਉਹ ਸਾਨੂੰ ਦੱਸ ਨਹੀਂ ਸਕਦੇ, ਉਹਨਾਂ ਦੀ ਤਾਦਾਦ ਇੰਨੀ ਜ਼ਿਆਦਾ ਹੈ, ਕਈ ਵਾਰੀ ਬੜੇ ਹੀ ਖਤਰਨਾਕ ਐਕਸੀਡੈਂਟ ਹੋ ਜਾਂਦੇ ਨੇ ਇਸ ਕਾਰਨ। ਮੇਰਾ ਸਰ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਵਾਲ ਹੋਰ ਇਹ ਹੈ ਕਿ ਕੌਂਸਲਰਸ ਨੂੰ ਆਪਾਂ ਕਿੱਦਾਂ ਮੋਟੀਵੇਟ ਕਰੀਏ ਤਾਂ ਕਿ ਉਹ ਜਿਹੜੇ ਸਮਾਜਿਕ ਕਾਰਜ ਹੈਗੇ ਆ ਉਹਨੂੰ ਵੱਧ ਚੜ੍ਹ ਕੇ ਕਰਨ, ਔਰ ਇੱਕ ਤੁਸੀਂ ਕਿੱਦਾਂ ਦਾ ਸੁਨੇਹਾ ਦੇਣਾ ਚਾਹੋਗੇ ਜਿਹੜਾ ਮਾਨਵਤਾ ਦੇ ਪ੍ਰਤੀ ਸੁਨੇਹਾ ਹੋਵੇ ਔਰ ਕੌਂਸਲਰਸ ਉਸ ਸੁਨੇਹੇ ਨੂੰ ਸੁਣ ਕੇ ਵਾਕਈ ਆਪਣੀ ਕਾਰਜ ਪ੍ਰਣਾਲੀ ਦੇ ਉੱਤੇ ਵਿਚਾਰ ਕਰਨ? ਇਸ ਤਰ੍ਹਾਂ ਹੈ ਜੀ, ਜਿੰਨਾ ਚਿਰ ਕੌਂਸਲਰ ਇਮਾਨਦਾਰ ਨਹੀਂ ਹੋਏਗਾ ਉਹਨਾਂ ਚਿਰ ਕੁਛ ਨਹੀਂ ਹੋ ਸਕਦਾ। ਇਮਾਨਦਾਰ ਹੋਏਗਾ ਤਾਂ ਸਾਰੇ ਕੰਮ ਉਹ ਆਪਣੇ ਕਰੇਗਾ, ਜੇ ਇਮਾਨਦਾਰ ਨਹੀਂ ਹੈ ਤਾਂ ਕੁਛ ਵੀ ਨਹੀਂ ਕਰਨਾ ਉਹਨੇ। ਬਹੁਤ ਵਧੀਆ ਐਕਸਪਲੇਨ ਕੀਤਾ ਕਿ ਕੌਂਸਲਰ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ ਔਰ ਸਾਡੇ ਕੌਂਸਲਰਸ ਨੂੰ ਇੱਕ ਮਾਨਵਤਾ ਦਾ ਰੁਖ ਅਖਤਿਆਰ ਕਰਨਾ ਚਾਹੀਦਾ ਹੈ। ਪੂਰੇ ਵਾਰਡ ਨੂੰ ਆਪਣਾ ਸਮਝ ਕੇ ਕੰਮ ਕਰਨਾ ਚਾਹੀਦਾ ਹੈ। ਇਹ ਨਾ ਸੋਚੇ ਕਿ ਮੈਨੂੰ ਕਿਸੇ ਨੇ ਵੋਟ ਪਾਇਆ ਸੀ ਜਾਂ ਮੈਨੂੰ ਕਿਸੇ ਨੇ ਵੋਟ ਨਹੀਂ ਪਾਇਆ ਸੀ। ਗਰਾਊਂਡ ਜ਼ੀਰੋ ਤੋਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਰ ਤੁਹਾਡਾ। ਤੁਸੀਂ KBC ਦੇ ਦਰਸ਼ਕਾਂ ਦੇ ਲਈ ਔਰ KBC ਨੂੰ ਬਹੁਤ ਵਧੀਆ ਆਪਣੇ ਬਹੁਮੁੱਲੇ ਵਿਚਾਰ ਦਿੱਤੇ। ਥੈਂਕ ਯੂ ਸਰ। ਮੈਂ ਇੱਕ ਵਾਰੀ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ KBC ਦੀ ਟੀਮ ਵੱਲੋਂ ਤੇ KBC ਵੱਲੋਂ। ਕੌਣ ਬਣੇਗਾ ਕੌਂਸਲਰ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨਸ 2021 ਹੁਸ਼ਿਆਰਪੁਰ। ਸ਼ੁਕਰੀਆ ਸਰ। ਥੈਂਕ ਯੂ ਸਰ। ਮੈਂ ਗਰਾਊਂਡ ਜ਼ੀਰੋ ਤੋਂ ਸ਼ਾਮਿਲ ਕਰ ਰਿਹਾ ਹਾਂ ਸ਼੍ਰੀ ਗੌਰੀ ਸ਼ੰਕਰ ਜੀ ਨੂੰ KBC ਦੇ ਉੱਤੇ ਕੁਝ ਸਵਾਲ ਪੁੱਛਣ ਲਈ। गौरी शंकर जी ਤੁਹਾਡਾ KBC ਦੇ ਉੱਤੇ आने ਲਈ बहुत बहुत धन्यवाद। गौरी शंकर जी आप कौन से वार्ड में रहते हैं? मैं 14 नंबर वार्ड में। 14 नंबर वार्ड में जो इलेक्शन होने वाले हैं कैसा काउंसलर देखना चाहेंगे आप? अच्छा देखना चाहता हूँ, वहाँ का सोसाइटी अच्छा होना चाहिए, गली सड़क बनना चाहिए और वहाँ का MC भी अच्छा होना चाहिए, जो कोई काम का ज़रूरी पड़े तो होना चाहिए। गौरी शंकर जी ने दसिया कि MC अच्छा होवे, ਜ਼ਰੂਰਤ ਪੈਣ ਦੇ ਉੱਤੇ MC ਅਵੇਲੇਬਲ ਹੋਵੇ। ਗੌਰੀ ਸ਼ੰਕਰ ਜੀ ਜਿਹੜਾ ਤੁਹਾਡਾ ਵਾਰਡ ਹੈਗਾ ਇਸ ਵਾਰਡ 'ਚ ਕਿਹੋ ਜਿਹੀਆਂ ਸਮੱਸਿਆਵਾਂ ਹੈ, ਕਿਹੋ ਜਿਹੀ ਪ੍ਰੋਬਲਮਸ ਹੈ ਜਿਹੜੀਆਂ ਤੁਸੀਂ ਫੇਸ ਕਰਦੇ ਹੋ? उधरों सड़कें सही नहीं बनी है तो MC भी है कई बारी जो जंदा असी कोई सैन सुन कराने वास्ते तो सैन करन नूं ना करदा, कई बारी कहंदा तुसी साडी बाड़ च नहीं रहिंदा, कदी कहंदा तुसी ओहदे बाड़ जाए, कदी कहंदा ओहदे बाड़ जाए, बस यही कहंदा है। गौरी शंकर जी ने बहुत वधिया दस्सिया है कि MC अपना पल्ला झाड़ लेंदे ने कि तुसी साडे वार्ड तो नहीं हो, तुसी साडे वार्ड तो नहीं हो। बट सोचण वाली गल ये है कि सारे वार्ड हुशियारपुर कॉरपोरेशन दे विच ही आंदे ने
ਔਰ ਗੌਰੀ ਸ਼ੰਕਰ ਜੀ ਨੇ ਬਹੁਤ ਵਧੀਆ ਸਾਨੂੰ ਢੰਗ ਨਾਲ ਦੱਸਿਆ ਕਿ ਸਾਡੇ ਵਾਰਡ ਦੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਗੌਰੀ ਸ਼ੰਕਰ ਜੀ, ਤੁਸੀਂ ਇੱਕ ਕਾਉਂਸਲਰ ਨੂੰ ਐਜ਼ ਏ ਗੌਰੀ ਸ਼ੰਕਰ ਕੀ ਸੁਨੇਹਾ ਦੇਣਾ ਚਾਹੋਗੇ? ਹੁਣ ਮਹੱਲੇ ਦਾ ਸੜਕ ਵਧੀਆ ਬਣਨਾ ਚਾਹੀਦਾ, ਉੱਥੇ ਦੇ MC ਵਧੀਆ ਚਾਹੀਦਾ, ਜੋ ਕੋਈ ਕੰਮ ਜਦੋਂ ਕਰਾਉਣਾ ਹੋਵੇ ਬੰਦੇ ਖੜਾ ਹੋਣਾ ਚਾਹੀਦਾ ਉਸ ਵੇਲੇ, ਆਪਾਂ ਇਹੀ ਚਾਹੀਦਾ ਬਸ। ਗੌਰੀ ਸ਼ੰਕਰ ਜੀ ਨੇ ਬਹੁਤ ਬੇਖੂਬੀ ਦੱਸਿਆ ਕਿ ਕਾਉਂਸਲਰ ਨੂੰ ਹਰ ਵੇਲੇ ਕੰਮ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਔਰ ਕਾਉਂਸਲਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਸੀਂ ਕਿਹੜੇ ਵਾਰਡ ਤੋਂ ਬਿਲੋਂਗ ਕਰਦੇ ਹੋ। KBC ਦੇ ਉੱਤੇ ਗੌਰੀ ਸ਼ੰਕਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਆਪਣਾ AJ ਗਰਾਊਂਡ ਜ਼ੀਰੋ ਤੋਂ KBC ਦੇ ਲਈ ਕੌਣ ਬਣੇਗਾ ਕਾਉਂਸਲਰ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨਸ ਹੁਸ਼ਿਆਰਪੁਰ 2021।